तो सरकार ने की कीता जिहड़ा काली काली च लिया पहला कदम है कि जिहड़े मैरिज पैलेस हैगे है उन्हों के बाहर जिहड़ी हैगी है रात नूं नाके लवा दिओ ताकि जिहड़े शराब पी के आउंदे बंदे उन्हां नूं चैकिंग की जा सके। किड्डा बेहुदा बचकाना कदम है। मैरिज पैलेसां दे विच कोई जाऊगा तो की वो शराब नहीं पी के आऊगा? ये पंजाब है। फिर जिहड़े लोग खुद शराब पी के स्टेट चला रहे हैं, फिर ਜਾਂ ਤਾਂ ਇਹਨੂੰ ਗੁਜਰਾਤ ਨੂੰ ਡਿਕਲੇਅਰ ਕਰ ਦਿਓ ਨਾ, ਤੁਸੀਂ ਡਰਾਈ ਸਟੇਟ ਕਰ ਦਿਓ, ਸ਼ਰਾਬ ਬੰਦ ਹੀ ਕਰ ਦਿਓ ਜੇ ਤੁਹਾਨੂੰ ਐਡੀ ਲੱਗਦੀ ਹੈ। ਆਪ ਤੁਹਾਡਾ ਸ਼ਰਾਬ ਬਿਨਾਂ ਦਿਨੇ ਵੀ ਗੁਜ਼ਾਰਾ ਨਹੀਂ, ਲੋਕ ਰਾਤ ਨੂੰ ਵੀ ਨਾ ਪੀਣ ਇੱਥੋਂ ਦੇ। ਇਹ ਹਾਈ ਕੋਰਟ ਅਸੀਂ ਕਾਹਦੇ ਵਾਸਤੇ ਖੋਲ੍ਹੀ ਹੋਈ ਹੈ? ਦੁਕਾਨਾਂ ਜਿਹੜੀਆਂ ਹੈਗੀਆਂ ਸਿਰਫ ਅਮੀਰਾਂ ਨੂੰ ਜਿਹੜਾ ਹੈਗਾ ਰਿਲੀਫ ਦੇਣ ਵਾਸਤੇ ਖੁੱਲ੍ਹੀਆਂ। ਇਹ ਸਿਆਣੀਆਂ ਨੂੰ ਰਾਤ ਨੂੰ ਜ਼ਮਾਨਤ ਦੇਣ ਵਾਸਤੇ ਖੁੱਲ੍ਹੀਆਂ। ਇਹ ਮਜੀਠੇ ਹੋਰਾਂ ਨੂੰ ਜ਼ਮਾਨਤ ਦੇਣ ਵਾਸਤੇ ਖੁੱਲ੍ਹੀਆਂ। ਇਹ ਜਿਹੜੀ ਕਲਿਆਣੀ ਵਰਗੀ ਜਿਹੜੀ ਔਰਤ ਸੀ ਜਿਹਨੇ ਇੱਕ ਸ਼ਰੇਆਮ ਮੁੰਡਾ ਸ਼ੂਟਰ ਜਿਹੜਾ ਕਤਲ ਕਰਵਾਇਆ ਸੀ, ਕਿਉਂਕਿ ਇੱਕ ਜੱਜ ਦੀ ਧੀ ਸੀ, ਉਹਨਾਂ ਨੂੰ ਜ਼ਮਾਨਤ ਦੇਣ ਵਾਸਤੇ ਬਣੀਆਂ। ਅਦਾਲਤੀ ਫੈਸਲੇ ਹੁੰਦੇ ਨੇ ਜਾਂ ਅਦਾਲਤਾਂ ਦੇ ਕੰਮਕਾਜ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਭਾਰਤੀ ਰਾਜਨੀਤੀ? ਹਰ ਤਰ੍ਹਾਂ ਦੀ ਜਿਹੜੀ ਕਰਪਸ਼ਨ ਉਹ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰੋ ਤੇ ਉਦੋਂ ਬਾਅਦ ਲੋਕਾਂ ਨੂੰ ਲੁੱਟੋ। ਆਹ ਸਾਡੀ ਸੁਪਰੀਮ ਕੋਰਟ ਹਾਈ ਕੋਰਟ ਦਾ ਜਿਹੜਾ ਸਿਸਟਮ ਹੈਗਾ, ਔਰ ਇਹਦੀਆਂ ਪਰਛਾਵਾਂ ਥੱਲੇ ਤੱਕ ਵੀ ਪਿਆ ਹੋਇਆ। ਹੁਣ ਜਿਹੜੀਆਂ ਥੱਲੇ ਦੀਆਂ ਕੋਰਟਾਂ ਖਾਸ ਤੌਰ 'ਤੇ ਪੰਜਾਬ ਦੀਆਂ ਅਸੀਂ ਵੇਖਦੇ ਹਾਂ, ਇਹਨਾਂ ਥੱਲੇ ਇਹਨਾਂ ਨੇ ਮਤਲਬ ਬੁਰਛਾਗਰਦੀ ਮਚਾਈ ਹੋਈ ਹੈ। ਆਪਣੇ ਮੁਲਾਜ਼ਮਾਂ ਦਾ ਜੀਣਾ ਹਰਾਮ ਕੀਤਾ ਹੋਇਆ। ਸਾਡੇ ਚੈਨਲ 'ਤੇ ਪਹਿਲਾਂ ਕੁਛ ਦਿਨ ਪਹਿਲਾਂ ਮੁੰਡਾ ਬੋਲਿਆ ਸੀਗਾ, ਉਹਨੇ ਲਾਹਨਤਾਂ ਮੰਨੀਆਂ ਸੀ ਚੀਫ ਜਸਟਿਸ ਨੂੰ। ਕਲਰਕ ਹੋਵੇ ਕੋਰਟ ਦਾ, ਇੱਕ ਕਲਰਕ, ਠੀਕ ਹੈ, PN ਕਲਰਕ ਮਤਲਬ ਕੀ ਉਹਦੀ ਹੁੰਦੀ ਹੈ, ਤੇ ਉਹ ਚੀਫ ਜਸਟਿਸ ਨੂੰ ਲਾਹਨਤਾਂ ਪਵੇ ਵੀ ਤੁਹਾਡਾ ਸ਼ਰਮ ਹੋਣੀ ਚਾਹੀਦੀ ਹੈ, ਤੁਹਾਡਾ ਬੇੜਾ ਗਰਕ ਹੋ ਗਿਆ। ਜੇਕਰ ਸਿੱਧੂ ਮੂਸੇਵਾਲੇ ਦੇ ਕੇਸ ਨੂੰ ਵੇਖਿਆ ਜਾਵੇ, ਉਹਦੇ ਵਿੱਚ ਲੱਗਦਾ ਕਿ ਅਜਿਹਾ ਕੁਝ ਹੋ ਸਕਦਾ? ਤੇ ਉਹ ਤਾਂ ਸਿੱਧ ਪੱਧਰਾ ਮੁੰਡਾ ਸੀ। ਜੇ ਕਿਤੇ ਉਹ ਚਲਾਕ ਹੁੰਦਾ ਤੇ ਉਹ ਐਂ ਮੌਤ ਦੇ ਕਾਬੂ ਨਹੀਂ ਆਉਣਾ ਸੀ ਉਹਨੂੰ। ਪਰ ਹੁਣ ਜਿਹੜਾ ਹੈਗਾ ਉਹਦੀ ਫੈਮਿਲੀ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਮਤਲਬ ਕੀਤਾ ਹੋਇਆ, ਖੇਡਾਂ ਖੇਡੀਆਂ ਜਾ ਰਹੀਆਂ, ਉਹਨਾਂ ਦੇ ਮੂੰਹ 'ਚੋਂ ਕਦੇ ਕੁਛ ਪਾਉਂਦੇ ਆ, ਕਦੇ ਕੁਛ ਬੁਲਾਉਂਦੇ ਆ। ਤੇ ਹੁਣ ਵੀ ਕੱਲ੍ਹ ਪਰਸੋਂ ਬਿਆਨ ਆ ਰਿਹਾ ਸੀ, ਰਾਜਾ ਵੜਿੰਗ ਇੱਕ ਹੋਰ ਠੱਗ ਦਾ ਨਾਂ ਲੈਣਾ ਭੁੱਲ ਗਿਆ ਸੀ ਮੈਂ, ਠੀਕ ਹੈ, ਜਿਹੜਾ ਕਿ ਜ਼ਿੰਮੇਵਾਰ ਹੈ ਇੱਕ ਫਰੀਦਕੋਟ ਦੀ ਫੈਮਿਲੀ ਦੇ। ਬਾਕੀ ਤਾਂ ਛੱਡੋ ਠੱਗੀਆਂ ਨੂੰ, ਇੱਕ ਪਰਿਵਾਰ ਜਿਹੜੇ 3 ਸਾਲ ਦਾ 2 ਸਾਲ ਦੇ ਬੱਚੇ ਜਿਹੜੇ ਹੈਗੇ ਆ, ਉਹ ਜਿਹੜੇ 4 ਫੈਮਿਲੀ ਜਿਹੜੀ ਆਤਮ ਹੱਤਿਆ ਦਾ ਕੇਸ ਸੀ, ਉਹ ਡਾਇਰੈਕਟਲੀ ਜ਼ਿੰਮੇਵਾਰ ਹੈ। ਇਹ ਬੰਦੇ ਦਾ ਵੀ ਮਤਲਬ ਬਹੁਤ ਵੱਡਾ ਮਤਲਬ ਯੋਗਦਾਨ ਹੈ। ਅਤੇ ਪਿੱਛੇ ਕੁਐਸਚਨ ਚੱਲੇ ਸੀ ਕਿਸੇ ਨੇ, ਜਿਹੜਾ ਕਮਲਜੀਤ ਹੈਗਾ ਉਹਦਾ ਦਰਸ਼ਨ ਬਰਾੜ ਜਿਹੜੇ ਹੈਗੇ ਆ ਬਾਘੇ ਪੁਰਾਣੇ ਤੋਂ MLA ਵੀ ਰਹੇ, ਪਹਿਲਾਂ ਮੰਤਰੀ ਹੈ, ਉਹਨਾਂ ਦਾ ਲੜਕੇ ਕਮਲਜੀਤ ਬਰਾੜ, ਉਹ ਕਿਤੇ ਅਲੱਗ ਹੋਏ ਆ। ਤਾਂ ਆਪਸ ਜਦੋਂ ਰੌਲਾ ਪਿਆ ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਵੀ ਇਹ 10 ਕਰੋੜ ਰੁਪਏ ਨੇ ਸਿੱਧੂ ਮੂਸੇਵਾਲੇ ਤੋਂ ਲਿਆ ਸੀਗਾ। ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਐਂਟਰੀ ਹੁੰਦੀ ਹੈ, ਅਤੇ ਕੁਛ ਸਮਾਂ ਪਹਿਲਾਂ ਤੁਹਾਡੀ ਕੁਛ ਨੌਜਵਾਨਾਂ ਨਾਲ ਤਲਖ ਕਲੀਮੀ ਕਹਿ ਲਈਏ ਜਾਂ ਵਿਚਾਰ ਚਰਚਾ ਹੁੰਦੀ ਹੈ, ਜਿੱਥੇ ਉਹ ਨੌਜਵਾਨ ਖੜ੍ਹੇ ਹੁੰਦੇ ਨੇ, ਅਤੇ ਤੁਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਬਾਰੇ ਬੋਲਦੇ ਹੋ। ਅੱਜ ਜੇ ਕਿਉਂਕਿ ਕੁਛ ਮਹੀਨੇ ਹੋ ਚੁੱਕੇ ਨੇ ਇਸ ਗੱਲਬਾਤ ਨੂੰ, ਤੁਸੀਂ ਹੁਣ ਕਿਸ ਤਰ੍ਹਾਂ ਵੇਖਦੇ ਹੋ? ਜਿਹੜੇ ਜਿਉਂਦੇ ਹੋਣ ਉਹ ਕਿਸੇ ਦੇ ਪਿੱਛੇ ਆਵਾਜ਼ ਉਠਾਉਂਦੇ ਹੁੰਦੇ ਆ, ਤਾਂ ਮੁਰਦੇ ਆ। ਇਹਨਾਂ ਤੋਂ ਜੋ ਮਰਜ਼ੀ ਘਵਾ ਲਓ, ਸਾਣੇ ਸਾਡੇ DGP ਤੋਂ ਲੈ ਕੇ ਥੱਲੇ ਸਿਪਾਹੀ ਤੱਕ ਦਾ ਲਾ ਲਓ। ਫਿਰ ਵੀ ਮੈਂ ਥੱਲੇ ਕੰਸਟੇਬਲੀ ਤੋਂ ਲੈ ਕੇ ਇੰਸਪੈਕਟਰ ਲੈਵਲ ਨੂੰ ਜਾਂ DSP ਲੈਵਲ ਨੂੰ ਤਾਂ ਅੱਡ ਕਰਦਾ ਹੁੰਦਾ, ਕਿਉਂਕਿ ਇਹ ਤਾਂ ਬਿਲਕੁਲ ਵੱਡੇ ਗੁਲਾਮ ਹੈ। ਇਹਨਾਂ ਨੂੰ ਤਾਂ ਜੋ ਮਰਜ਼ੀ ਕਰਾਈ ਜਾਓ, ਉਹਨੇ ਤਾਂ ਕਰੀ ਜਾਣਾ ਹੁੰਦਾ, ਮਾਲਕ ਦਾ ਹੁਕਮ। ਉੱਪਰਲਾ ਜਿਹੜਾ ਰੈਂਕ ਹੈਗਾ DGP ਲੈਵਲ ਤੱਕ ਦਾ, ਇਹਨਾਂ ਨੇ ਬਿਲਕੁਲ ਬੁਰੇ ਹਾਲਤ ਗੁਲਾਮੀ ਜਿਹੜੀ ਆਪਣੇ ਗਲ 'ਚ ਪਾਈ ਹੋਈ ਹੈ। ਤਾਂ ਇਹ ਲੋਕ ਹੁੰਦੇ ਜੇ ਕਿਸੇ ਤੱਕ ਭਲਾ ਕਰ ਸਕੇ ਹੁਣ, ਤੇ ਇਹ ਤਾਂ ਮੁਰਦੇ ਹੈ। ਇਹਨਾਂ ਦਾ ਇੱਕ DSP ਨੂੰ ਸ਼ਰੇਆਮ ਇੱਕ ਪੋਲੀਟੀਕਲ ਗਲਤ ਬੰਦੇ ਨੇ ਗਲਤ ਇਲਜ਼ਾਮ ਲਾ ਕੇ ਡਿਸਮਿਸ ਕਰਵਾ ਦਿੱਤਾ। ਤੇ ਮਤਲਬ ਇਹ ਅੱਜ ਤੱਕ ਨਹੀਂ ਬੋਲਿਆ ਕੋਈ। ਅੱਜ ਤਾਂ ਸਰਕਾਰ ਨਹੀਂ ਹੈਗੀ ਸੀ, ਅੱਜ ਨਹੀਂ ਇਹ DGP ਨੂੰ ਦੱਸਦਾ ਵੀ ਇੱਕ ਸਾਡੇ ਅਫਸਰ ਨਾਲ ਧੱਕਾ ਹੋਇਆ ਵਾ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਸਾਹਿਬ ਸਿੰਘ ਵਿਰਕ। ਹਮੇਸ਼ਾ ਹੱਕ ਸੱਚ ਦੀ ਗੱਲ ਕਰਨ ਵਾਲੇ, ਸੱਚਾਈ ਦਾ ਸਾਥ ਦੇਣ ਵਾਲੇ, ਭ੍ਰਿਸ਼ਟ ਰਾਜਨੀਤਿਕ ਲੋਕਾਂ ਦੇ ਕੱਚੇ ਚਿੱਠੇ ਫੋਲਣ ਵਾਲੇ ਸਰਦਾਰ ਬਲਵਿੰਦਰ ਸਿੰਘ ਸੇਖੋਂ PPS ਜਿਹੜੇ ਆਪਣੇ ਨਾਲ ਇਸ ਵਕਤ ਮੌਜੂਦ ਨੇ। ਆਪਾਂ ਇਹਨਾਂ ਨਾਲ ਚਲੰਤ ਮਸਲਿਆਂ 'ਤੇ ਗੱਲਬਾਤ ਕਰਾਂਗੇ। ਸੇਖੋਂ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਵਿਰਕ ਸਾਹਿਬ। ਪਿਛਲੇ ਦਿਨੀ ਇੱਕ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਲਗਾਤਾਰ ਜਾਰੀ ਹੈ, ਵੱਧਦਾ ਹੀ ਜਾ ਰਿਹਾ ਹੈ, ਚਿੱਟਾ ਹੋਵੇ ਜਾਂ ਫਿਰ ਹੋਰ ਨਸ਼ੇ ਹੋਣ, ਜਿਨ੍ਹਾਂ ਨਾਲ ਪੰਜਾਬ ਦੀ ਜਵਾਨੀ ਜਿਹੜੀ ਹੈ ਕਾਫੀ ਜ਼ਿਆਦਾ ਬਰਬਾਦ ਹੋ ਗਈ ਅਤੇ ਹੋ ਵੀ ਰਹੀ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਵਿਰਕ ਸਾਹਿਬ, ਗੱਲ ਇਹ ਹੈ ਕਿ ਮੈਂ ਵੀ ਇਹ ਦੇਖਿਆ ਆਰਡਰ ਪਰਸੋਂ ਦਾ ਕੋਈ ਹੈਗਾ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਜਾਂ ਕਿਸ ਬਿਹਾਫ 'ਤੇ ਕਿਸੇ ਕੋਈ ਰੈਟ 'ਤੇ ਹੈ ਜਾਂ ਕੀ, ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈਗਾ। 2 ਮੇਰੇ ਖਿਆਲ ਸੁਪਰੀਮ ਕੋਰਟ ਦੇ ਜੱਜਿਸ ਨੇ, ਇੱਕ ਰਵੀ ਕੁਮਾਰ ਅਤੇ ਇੱਕ ਮਿਸਟਰ ਸ਼ਾਹ ਨੇ। ਉਹਨਾਂ ਦੀ ਅਬਜ਼ਰਵੇਸ਼ਨ ਹੈ ਪੰਜਾਬ ਬਾਰੇ ਬੜੀ ਵਧੀਆ ਹੈਗੀ, ਬਹੁਤ ਚੰਗੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਚਿੰਤਾ ਹੋਈ ਹੈ। ਬੀਇੰਗ ਏ ਬਾਰਡਰ ਸਟੇਟ, ਉਹ ਕਹਿੰਦੇ ਵੀ ਇੱਥੇ ਜਿਹੜਾ ਯੂਥ ਜਿਹੜਾ ਹੈਗਾ ਨਸ਼ੇ ਨਾਲ ਜਿਹੜਾ ਹੈਗਾ ਉਹਦਾ ਜਿਹੜਾ ਨੁਕਸਾਨ ਹੋ ਰਿਹਾ, ਉਹਦੇ ਵਾਸਤੇ ਸਟੇਟ ਨੂੰ ਉਹਨਾਂ ਨੇ ਤਕੀਦ ਕੀਤੀ ਹੈ ਵੀ ਇਹਦੇ ਵਾਸਤੇ ਜਿਹੜਾ ਹੈਗਾ ਇਹ ਕੋਈ ਆਉਣ ਵਾਲੇ ਸਮੇਂ ਜਿਹੜੇ ਕਦਮ ਉਠਾਓ। ਹੁਣ ਇਹਦੇ 2 ਐਸਪੈਕਟ ਹੈਗੇ। ਇੱਕ ਤਾਂ ਮੈਂ ਕਾਫੀ ਪਿਛਲੇ ਸਮੇਂ ਤੋਂ ਕੋਰਟਾਂ ਦੇ ਜਿਹੜੇ ਹੈ ਸੀਨਾਜੋਰੀ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਗਲਤ ਫੈਸਲੇ, ਜਿਸ ਤਰ੍ਹਾਂ ਦੀ ਕਰਪਸ਼ਨ ਖਾਸ ਤੌਰ 'ਤੇ ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੱਲ ਰਹੀ ਹੈ, ਉਹਦੇ ਬਾਰੇ ਕਾਫੀ ਬੋਲਦਾ। ਤਾਂ ਉਹਦੇ 'ਚ ਇਹਦੇ 2 ਐਂਗਲ ਆਉਂਦੇ ਆ ਕਿ ਇਹਨਾਂ ਨੇ ਇਹ ਡਾਇਰੈਕਸ਼ਨ ਜਾਰੀ ਕੀਤੀ। ਅਤੇ ਪਹਿਲਾਂ ਸਰਕਾਰ ਦੀ ਆਪਾਂ ਗੱਲ ਕਰ ਲੈਂਦੇ ਹਾਂ। ਤਾਂ ਸਰਕਾਰ ਨੇ ਕੀ ਕੀਤਾ, ਜਿਹੜਾ ਕਾਲੀ ਕਾਲੀ 'ਚ ਲਿਆ ਪਹਿਲਾ ਕਦਮ ਹੈ ਕਿ ਜਿਹੜੇ ਮੈਰਿਜ ਪੈਲਸ ਹੈਗੇ ਆ
ਉਹਨਾਂ ਦੇ ਬਾਹਰ ਜਿਹੜੀ ਹੈਗੀ ਹੈ ਰਾਤ ਨੂੰ ਨਾਕੇ ਲਵਾ ਦਿਓ ਤਾਂ ਕਿ ਜਿਹੜੇ ਸ਼ਰਾਬ ਪੀ ਕੇ ਆਉਂਦੇ ਬੰਦੇ ਉਹਨਾਂ ਨੂੰ ਚੈਕਿੰਗ ਕੀਤੀ ਜਾ ਸਕੇ। ਕਿੱਡਾ ਬੇਹੂਦਾ ਬਚਕਾਨਾ ਕਦਮ ਹੈ। ਮੈਰਿਜ ਪੈਲਸਾਂ ਦੇ ਵਿੱਚ ਕੋਈ ਜਾਊਗਾ ਤੇ ਕੀ ਉਹ ਸ਼ਰਾਬ ਨਹੀਂ ਪੀ ਕੇ ਆਊਗਾ? ਇਹ ਪੰਜਾਬ ਹੈ ਇਹ। ਫਿਰ ਜਿਹੜੇ ਲੋਕ ਖੁਦ ਸ਼ਰਾਬ ਪੀ ਕੇ ਸਟੇਟ ਚਲਾ ਰਹੇ ਹੈ ਉਹਨਾਂ ਬਾਰੇ ਕੀ ਖਿਆਲ ਹੈ? ਜਿਨ੍ਹਾਂ ਬਾਰੇ ਸ਼ਾਮ ਨੂੰ ਕਿਸੇ ਟਾਈਮ ਤੋਂ ਬਾਅਦ ਘਰ ਦੇ ਵਿੱਚ ਬਾਹਰਲੇ ਲੋਕਾਂ ਦੀ ਐਂਟਰੀ ਇਸ ਕਰਕੇ ਨਹੀਂ ਹੁੰਦੀ CM ਹਾਊਸ ਵਿੱਚ ਵੀ ਪਤਾ ਨਹੀਂ ਕੀ ਹਾਲਤ ਹੋਊਗੀ ਉਸ ਬੰਦੇ ਦੀ, ਇਸ ਕਰਕੇ ਆਮ ਲੋਕਾਂ ਨਾਲ ਮਿਲਣਾ ਬੰਦ ਕੀਤਾ ਹੋਇਆ। ਤਾਂ ਉਹ ਸਟੇਟ ਦਾ ਜਿਹੜਾ ਮਤਲਬ ਚਲਾਉਣ ਵਾਲਾ ਇਹੋ ਜਿਹਾ ਆਦਮੀ ਜਿਹੜਾ ਹੈਗਾ ਉਹ ਹੁਣ ਦੱਸੂਗਾ ਕਿ ਮਤਲਬ ਪੰਜਾਬ ਦੇ ਲੋਕ ਜਿਹੜੇ ਹੈਗੇ ਰਾਤ ਨੂੰ ਜਦੋਂ ਬਾਹਰ ਨਿਕਲਣਗੇ ਪੈਲਸਾਂ ਵਿੱਚੋਂ ਅਸੀਂ ਉਹਨਾਂ ਦੇ ਚਲਾਨ ਕਰਿਆ ਕਰਾਂਗੇ। ਤਾਂ ਪੁਲਿਸ ਤੰਤਰ ਨੂੰ ਹੀ ਮਤਲਬ ਤੁਸੀਂ ਯੂਜ਼ ਕਰਕੇ ਇਹਨੂੰ ਮਤਲਬ ਫਿਰ ਲੋਕਾਂ ਨੂੰ ਹੋਰ ਤੰਗ ਕਰਨਾ ਸ਼ੁਰੂ ਕਰੋਗੇ। ਫਿਰ ਜਾਂ ਤਾਂ ਇਹਨੂੰ ਗੁਜਰਾਤ ਨੂੰ ਡਿਕਲੇਅਰ ਕਰ ਦਿਓ ਨਾ, ਤੁਸੀਂ ਡਰਾਈ ਸਟੇਟ ਕਰ ਦਿਓ, ਸ਼ਰਾਬ ਬੰਦ ਹੀ ਕਰ ਦਿਓ ਜੇ ਤੁਹਾਨੂੰ ਐਡੀ ਲੱਗਦੀ ਹੈ। ਆਪ ਤੁਹਾਡਾ ਸ਼ਰਾਬ ਬਿਨਾਂ ਦਿਨੇ ਵੀ ਗੁਜ਼ਾਰਾ ਨਹੀਂ, ਲੋਕ ਰਾਤ ਨੂੰ ਵੀ ਨਾ ਪੀਣ ਇੱਥੋਂ ਦੇ। ਤਾਂ ਇਹ ਤਾਂ ਜਿਹੜੀ ਬੜੀ ਹਾਸੋਹੀਣੀ ਗੱਲ ਹੈਗੀ ਹੈ। ਅਤੇ ਪੁਲਿਸ ਵੀ ਜਿਹੜੀ ਹੈਗੀ ਸਾਡੀ ਉਸੇ ਟਾਈਮ ਤੁਰ ਪੈਂਦੀ ਮਗਰੇ ਬਿਨਾਂ ਕਿੰਤੂ ਪ੍ਰੰਤੂ ਕੀਤਿਆਂ ਜਾਂ ਦੱਸਿਆ ਕਿ ਇਹਦੇ ਸਾਈਡ ਇਫੈਕਟ ਕੀ ਹੋਣਗੇ ਜਾਂ ਇਹ ਗੱਲ ਜਿਹੜੀ ਹੈਗੀ ਲੋਕਾਂ ਵਿੱਚ ਆਮ ਕਿਵੇਂ ਜਾਊਗੀ। ਇੰਨੀ ਇਹਨਾਂ ਦੀ ਖਿੱਲੀ ਉੱਡ ਰਹੀ ਹੈ ਪਰਸੋਂ ਦੀ। ਕਮੈਂਟ ਪੜ੍ਹ ਕੇ ਦੇਖਣ ਲੋਕ ਖਾਸ ਤੌਰ 'ਤੇ ਵੀ ਜੇ ਇੱਕ ਸਟੇਟ ਸ਼ਰਾਬ ਪੀ ਕੇ ਚਲਾਈ ਜਾ ਸਕਦੀ ਹੈ ਤਾਂ ਫਿਰ ਇੱਕ ਜਿਹੜਾ ਮੈਰਿਜ ਪੈਲੇਸ ਵਿੱਚ ਨਿਕਲ ਕੇ ਗੱਡੀ ਚਲਾਉਣੀ ਕਿੰਨੀ ਔਖੀ ਹੈਗੀ ਹੈ। ਤਾਂ ਇਹ ਤਾਂ ਹੋ ਗਿਆ ਇੱਕ ਪੱਖ ਜਿਹੜਾ ਆਪਾਂ ਸਰਕਾਰ ਦਾ ਕੀਤਾ ਕਿ ਕਿਹਾ ਇਹਨੂੰ ਕੀ ਗਿਆ ਸੀ। ਗੱਲ ਤਾਂ ਡਰੱਗ ਦੀ ਹੈ। ਸ਼ਰਾਬ ਨਾਲ ਕਿੱਡਾ ਵੱਡਾ ਨੁਕਸਾਨ ਹੋਇਆ। ਸ਼ਰਾਬ ਨਾਲ ਜੇ ਨੁਕਸਾਨ ਦਾ ਭਰਪਾਈ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਤਰਨਤਾਰਨ ਦੇ ਵਿੱਚ 150 ਮੌਤ ਇਹ ਕਹਿੰਦੇ ਸੀ ਪਿਛਲੀ ਸਰਕਾਰ ਵਾਲੇ ਹੋਈ ਹੈ ਸ਼ਰਾਬ ਪੀ ਕੇ ਜਿਹੜੀ ਹੋਈ ਹੈ, ਜਿਹੜੀ ਕਿ ਉਦੋਂ ਬਾਅਦ 250 ਤੱਕ ਤਾਂ ਇਹਨਾਂ ਦੇ ਸਰਕਾਰੀ ਅੰਕੜੇ ਜਾਵੜੇ ਸੀ। ਸਾਡੀ ਜਾਣਕਾਰੀ ਮੁਤਾਬਕ ਉੱਥੇ 600 ਤੋਂ ਵੱਧ ਬੰਦਾ ਮਰਿਆ ਉਦੋਂ ਬਾਅਦ 2-4 ਮਹੀਨੇ ਦੇ ਵਿੱਚ ਇਫੈਕਟ ਹੋ ਕੇ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਿਆਓ ਖਾਉ ਤੇ ਉੱਤੇ ਜਿਹੜੇ ਪੋਲੀਟੀਸ਼ੀਅਨ ਜਾਲੀ ਸ਼ਰਾਬਾਂ ਵੇਚ ਰਹੇ ਬਣਾ ਕੇ ਸਾਰੇ ਦੇ ਸਾਰੇ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਮਿਨਿਸਟਰ ਸੀਗੇ MLA ਸੀਗੇ ਉਹਨਾਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਅੱਜ ਵੀ ਜਿਹੜੀਆਂ ਕੰਮ ਕਰ ਰਹੀਆਂ। ਉਦੋਂ ਇਹ ਆਪ ਵਾਲੇ ਕਿਉਂਕਿ ਆਪੋਜੀਸ਼ਨ ਸੀ ਉਦੋਂ ਥੋੜ੍ਹਾ ਹਿੱਸਾ ਲੈਂਦੇ ਸੀਗੇ, ਅੱਜ ਇਹ ਮਾਲਕ ਨੇ ਅੱਜ ਸਾਰਾ ਹਿੱਸਾ ਲੈ ਰਿਹਾ। ਉਹੀ ਬੰਦੇ ਸਾਰਾ ਕੁਛ ਕੰਮ ਕਰ ਰਹੇ ਆ। ED ਦੀਆਂ ਰਿਪੋਰਟਾਂ ਬਣੀਆਂ ਹੋਈਆਂ ਉਹ ਰਿਪੋਰਟਾਂ ਜਿਹੜੀਆਂ ਬਿਲਕੁਲ ਉਹਦੇ ਵਿੱਚ ਜਿਹੜੀ ਦਿੱਲੀ ਦੀ ਜਿਹੜੀ ਹੈਗੀ ਹੈ ED ਹੈੱਡਕੁਆਟਰ ਹੈ ਉੱਥੇ ਵਾਪਸ ਚਲੀਆਂ ਗਈਆਂ ਸੀ। ਇੰਟਰਵਿਊ ਨਹੀਂ ਕੀਤਾ ਸੀ ਇਹਨੇ CM ਨੇ ਜਿਹੜੇ ਅਮਰਿੰਦਰ ਸਿੰਘ ਨੇ। ਅੱਜ ਖਿਲਾਉਣ ਦਾ ਸੁਪਰੀਮ ਕੋਰਟ ਵਾਲੇ ਕੀ ਦਿੱਕਤ ਹੈਗੀ ਹੈ? ਇਹ ਤਾਂ ਹੋ ਗਈ ਜਿਹੜੀ ਮਤਲਬ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਸਟੇਟ ਦੀ ਹਾਲਤ ਵੀ ਜੇ ਇਹ ਅੱਜ ਸਰਕਾਰ 'ਚ ਹੈਗੇ ਤੇ ਘੱਟੋ ਘੱਟ ਇਹ ਮਤਲਬ ਕਰਕੇ ਆਪਣੇ ਸੈਂਟਰ ਨਾਲ ਗੱਲ ਤੇ ED ਦੀ ਰਿਪੋਰਟ ਖਿਲਾ ਲੈਣ। ਤੇ ਅਸਲ ਦੇ ਵਿੱਚ ਤਾਂ ਬੰਦੇ ਉਹ ਫੜੇ ਜਾਣੇ ਚਾਹੀਦੇ ਜਾਲੀ ਸ਼ਰਾਬ ਬਣਾ ਕੇ ਵੇਚ ਰਹੇ ਜਾਂ ਜਿਹੜਾ ਇਸ ਤਰ੍ਹਾਂ ਦਾ ਨਸ਼ਾ ਜਿਹੜਾ ਮਾਰੂ ਪੇਸ਼ ਕਰ ਰਹੇ ਜਾਂ ਡਰੱਗ ਦੀ ਗੱਲ ਹੈਗੀ ਹੈ। ਤੇ ਹੁਣ ਆਪਾਂ ਵਾਪਸ ਫਿਰ ਆਪਾਂ ਸੁਪਰੀਮ ਕੋਰਟ 'ਤੇ ਆ ਜਾਂਦੇ ਹਾਂ ਕਿ ਸੁਪਰੀਮ ਕੋਰਟ ਨੂੰ ਇਹ ਦਿਖਾਈ ਨਹੀਂ ਦਿੰਦਾ ਕਿ ਪਿਛਲੇ 5 ਸਾਲਾਂ ਤੋਂ ਜਿਹੜੀ ਡਰੱਗ ਰਿਪੋਰਟਾਂ ਜਿਹੜੀਆਂ ਹੈਗੀਆਂ ਸੁਪਰੀਮ ਕੋਰਟ ਹਾਈ ਕੋਰਟ ਦੇ ਜਿਹੜੇ ਪੰਜਾਬ ਦੇ ਟੇਬਲਾਂ 'ਤੇ ਉੱਡੀਆਂ ਫਿਰਦੀਆਂ। ਕਦੇ ਇੱਕ ਜਸਟਿਸ ਕੋਲੋਂ ਦੂਜੇ ਕੋਲ ਜਾਂਦੀ ਹੈ, ਦੂਜੇ ਕੋਲੋਂ ਤੀਜੇ ਕੋਲ ਜਾਂਦੀ ਹੈ, ਤੀਜੇ ਕੋਲੋਂ ਚੌਥੇ ਕੋਲ ਜਾਂਦੀ ਹੈ। ਔਰ 5 ਸਾਲ ਹੋ ਜਾਣਗੇ ਇਹਨਾਂ ਨੂੰ ਫਰਵਰੀ ਦੇ ਵਿੱਚ। ਅਸੀਂ ਪਿਛਲੀ ਗੱਲਬਾਤ ਵਿੱਚ ਮੈਂ ਕਿਹਾ ਸੀਗਾ ਇੱਕ ਵਾਰਨਿੰਗ ਦਿੱਤੀ ਸੀ, ਅਲਟੀਮੇਟਮ ਦੇ ਰਹੇ ਹਾਂ। 17 ਤਰੀਕ ਨੂੰ ਅਸੀਂ ਹੋਰ ਇੱਕ ਮਤਲਬ ਮੈਂ ਪੰਜਾਬੀ ਮੰਚ ਦੀ ਕਾਨਫਰੰਸ ਜਿਹੜੀ ਇੱਕ ਇਕੱਤਰਤਾ ਕਰਕੇ ਜਸਟਿਸ ਜਿਹੜੇ ਹੈਗੇ ਆ ਜਸਟਿਸ ਨਹੀਂ ਆਪਣੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਜਿਹੜੇ ਹੈਗੇ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਹੈ ਉਹ ਹੈੱਡ ਕਰ ਰਹੇ ਆ ਸਾਡੀ ਸੰਸਥਾ ਨੂੰ। ਠੀਕ ਹੈ, ਉਹ ਅਸੀਂ ਇੱਕ ਮਤਲਬ ਜਿਹੜਾ ਇਹ 17 ਤਰੀਕ ਨੂੰ ਇਹਨਾਂ ਨੂੰ ਇਕੱਠੇ ਹੋ ਕੇ ਉਹ ਮਤਾ ਪਾਸ ਕਰਕੇ ਇਸ ਚੀਜ਼ ਦੀ ਜਾਣਕਾਰੀ ਸਾਰੇ ਲੋਕਾਂ ਨੂੰ ਦੇ ਦਿਆਂਗੇ ਕਿ ਜੇ ਤੁਸੀਂ ਆਉਣ ਵਾਲੇ 3 ਮਹੀਨਿਆਂ ਵਿੱਚ ਜਦੋਂ ਕਿ 5 ਸਾਲ ਹੋ ਜਾਣਗੇ ਇਹਨਾਂ ਰਿਪੋਰਟਾਂ ਨੂੰ, ਜੇ ਉਦੋਂ ਤੱਕ ਤੁਸੀਂ ਇਹਨਾਂ ਨੂੰ ਨਹੀਂ ਕਰਦੇ ਤੇ ਫਿਰ ਤੁਹਾਡੇ ਤੋਂ ਅਸੀਂ ਕਰਾਉਣਾ ਵੀ ਕੀ ਹੈਗਾ। ਇਹ ਹਾਈ ਕੋਰਟ ਅਸੀਂ ਕਾਹਦੇ ਵਾਸਤੇ ਖੋਲ੍ਹੀ ਹੋਈ ਹੈ? ਦੁਕਾਨਾਂ ਜਿਹੜੀਆਂ ਹੈਗੀਆਂ ਸਿਰਫ ਅਮੀਰਾਂ ਨੂੰ ਜਿਹੜਾ ਹੈਗਾ ਰਿਲੀਫ ਦੇਣ ਵਾਸਤੇ ਖੁੱਲ੍ਹੀਆਂ। ਇਹ ਸੈਣੀਆਂ ਨੂੰ ਰਾਤ ਨੂੰ ਜ਼ਮਾਨਤ ਦੇਣ ਵਾਸਤੇ ਖੁੱਲ੍ਹੀਆਂ। ਇਹ ਮਜੀਠੇ ਹੋਰਾਂ ਨੂੰ ਜ਼ਮਾਨਤ ਦੇਣ ਵਾਸਤੇ ਖੁੱਲ੍ਹੀਆਂ। ਇਹ ਜਿਹੜੀ ਕਲਿਆਣੀ ਵਰਗੀ ਜਿਹੜੀ ਔਰਤ ਸੀ ਜਿਹਨੇ ਇੱਕ ਸ਼ਰੇਆਮ ਮੁੰਡਾ ਸ਼ੂਟਰ ਜਿਹੜਾ ਕਤਲ ਕਰਵਾਇਆ ਸੀ ਕਿਉਂਕਿ ਇੱਕ ਜੱਜ ਦੀ ਧੀ ਸੀ ਉਹਨਾਂ ਨੂੰ ਜ਼ਮਾਨਤ ਦੇਣ ਵਾਸਤੇ ਬਣੀਆਂ। ਹੋਰ ਕੋਈ ਕੰਮ ਨਹੀਂ ਹੈਗੇ। ਕਹਿੰਦੇ ਕੋਂਦੇ ਕਰਪਟ ਜੱਜ ਜਿਹੜੇ ਹੈਗੇ ਇਸ ਟਾਈਮ ਮਤਲਬ ਪੰਜਾਬ ਔਰ ਹਰਿਆਣਾ ਹਾਈ ਕੋਰਟ 'ਚ ਕਰਪਸ਼ਨ ਦੀ ਇੰਨੀ ਮਾੜੀ ਹਾਲਤ ਹੈ। 4-5 ਨਾਮ ਮੈਂ ਲਏ ਸੀਗੇ ਇੱਥੇ। ਰਾਜਮੋਹਨ ਠਾਕਰ ਹੈਗਾ, ਸਰਵੇਸ਼ਵਰ ਠਾਕਰ ਹੈਗਾ, ਸੌਂਗਵਾਨ ਹੈਗਾ, ਜਿਹੜੇ ਆ ਇੱਕ ਝੀਂਗਣ ਸਾਹਿਬ ਹੈਗੇ ਆ ਉਹਨਾਂ ਨੇ ਤਾਂ ਸਿਰੇ ਦਾ ਛੱਡਿਆ, ਕੋਈ ਕਰਪਸ਼ਨ ਤੋਂ ਬਿਨਾਂ ਚੱਲਦਾ ਹੀ ਕੁਛ ਨਹੀਂ ਹੈਗਾ। ਅਤੇ ਨਾਮ ਬਾਕੀ ਦੇ ਚਲੋ ਹੋ ਰਹੇ ਨਹੀਂ ਤਾਂ ਤਕਰੀਬਨ ਜਿਹੜਾ ਮੈਂ ਕਿਹਾ ਤਕਰੀਬਨ ਕੋਈ ਲਫ਼ਜ਼ ਕਹਿਣਾ ਪੈਂਦਾ ਕੁਛ ਲੋਕਾਂ ਵਾਸਤੇ ਕੁਛ ਅੱਛੇ ਨਾਮ ਹੈਗੇ ਆ, ਇਹ ਨਹੀਂ ਕਿ ਨਹੀਂ ਹੈਗੇ। ਤਾਂ ਉਹ ਇਹ ਐਡੀ ਵੱਡੀ ਕਰਪਸ਼ਨ ਚੱਲ ਰਹੀ ਹੈ। ਇਹ ਜਿਹੜਾ ਇੱਥੋਂ ਦਾ ਚੀਫ ਜਸਟਿਸ ਹੈ ਇਹਨੂੰ ਦਿਖਦਾ ਨਹੀਂ ਹੈਗਾ ਮੇਰੇ ਥੱਲੇ ਹੋ ਕੀ ਰਿਹਾ। ਤੇ ਸੁਪਰੀਮ ਕੋਰਟ ਨੂੰ ਫਿਰ ਨਹੀਂ ਦੱਸਦਾ। ਗੱਲ ਆਪਾਂ ਸੁਪਰੀਮ ਕੋਰਟ 'ਤੇ ਆ ਜਾਂਦੇ। ਸੁਪਰੀਮ ਕੋਰਟ ਨੂੰ ਡਾਇਰੈਕਸ਼ਨ ਦੇ ਰਹੀ ਹੈ ਸੌਰੀ ਇਹਨੂੰ ਆਪਣੇ ਨੂੰ ਸਟੇਟ ਨੂੰ। ਅਤੇ ਆਪਣੀ ਹਾਈ ਕੋਰਟ ਕੀ ਗੱਲ ਉਹਨੇ ਕਿਹਨੂੰ ਦੱਸਣਾ? ਪੀੜੀ ਥੱਲੇ ਸੂਟਾ ਕਦੋਂ ਮਾਰਨਾ? ਇਹ ਚੰਦਰਚੂੜ ਸਾਹਿਬ ਜਿਹੜੇ ਹੁਣ ਨਵੇਂ ਚੀਫ ਜਸਟਿਸ ਇੰਡੀਆ ਦੇ ਆਏ ਹੈ, ਠੀਕ ਹੈ, ਇਹ ਘੱਟੋ ਘੱਟ ਅਜੇ ਤੱਕ ਮੈਨੂੰ ਲੱਗਦਾ ਕਿ ਅਜੇ ਨਵੇਂ ਹੈ ਅਤੇ ਹੋ ਸਕਦਾ ਅਜੇ ਜਿਹੜੀ ਸਰਕਾਰ ਦੇ ਸੈਂਟਰ ਦੇ ਇਨਫਲੂਐਂਸ ਘੱਟ ਹੋਣੀ ਕੁਛ ਨਾ ਕੁਛ ਪਹਿਲਾਂ ਕੁਛ ਇਹੋ ਜਿਹੇ ਚੰਗੇ ਕੰਮ ਫੈਸਲੇ ਕਰਵਾ ਦੇਣ, ਲਿਖ ਕੇ ਭਿਜਵਾ ਦੇਣ ਇਹਨਾਂ ਚੀਜ਼ਾਂ ਦੇ ਉੱਪਰ, ਡਾਇਰੈਕਸ਼ਨ ਦੇਣ ਇਹਨਾਂ ਨੂੰ ਵੀ ਕਿਉਂ ਤੁਸੀਂ 5 ਸਾਲ ਤੋਂ ਰਿਪੋਰਟਾਂ ਨਹੀਂ ਖੋਲ੍ਹੀਆਂ ਹੋਈਆਂ। ਜਿਹਨੇ ਸਟੇਟ ਦਾ ਸਭ ਤੋਂ ਵੱਡਾ ਬਰਬਾਦ ਕੀਤਾ, ਨੁਕਸਾਨ ਕੀਤਾ, ਬੇਸ਼ੱਕ ਉਹ ਪੋਲੀਟੀਸ਼ੀਅਨ ਹੀ ਉਹਦੇ ਪਿੱਛੇ, ਪਰ ਹਾਈ ਕੋਰਟਾਂ ਦੇ ਕੰਮ ਤਾਂ ਨਹੀਂ ਹੈਗੇ ਨਾ ਇਹਨਾਂ ਜਿਹੜੀਆਂ ਰਿਪੋਰਟਾਂ ਨੂੰ ਜਿਹੜਾ ਨੱਬ ਕੇ ਬੈਠ ਜਾਣਾ। ਤਾਂ ਇਸ ਕਰਕੇ ਸੁਪਰੀਮ ਕੋਰਟ ਦਾ ਇਹ ਗੱਲ ਤਾਂ ਬਹੁਤ ਵਧੀਆ ਹੈਗੀ ਹੈ, ਪਰ ਇਹਦੇ ਰਿਐਕਸ਼ਨ ਜਿਹੜੇ ਹੈਗੇ ਆ ਸਟੇਟ ਵੱਲੋਂ ਬਿਲਕੁਲ ਬੇਹੂਦੇ ਅਤੇ ਬਚਕਾਨੇ ਦੇ ਹਾਸ ਹੋਏ ਜਾਣੇ ਆ। ਉਹ ਲੋਕ ਜਿਹੜੇ ਸੋਸ਼ਲ ਮੀਡੀਆ 'ਤੇ ਬਥੇਰਾ ਜਲੂਸ ਕੱਢੀ ਜਾਂਦੇ ਇਹਨਾਂ ਦਾ। ਪਰ ਸੁਪਰੀਮ ਕੋਰਟ ਨੂੰ ਚਾਹੀਦਾ ਕਿ ਜੇ ਇੰਨੀ ਕੁ ਮਤਲਬ ਹੋਏ ਹੋ ਤੁਸੀਂ ਕਦੇ ਤੁਹਾਡੇ ਕੋਲ ਕੋਈ ਚੰਗੀ ਗੱਲ ਤੁਹਾਨੂੰ ਜਾਂਦੀ ਹੈ, ਤੁਹਾਨੂੰ ਜੇ ਬੜੀ ਚਿੰਤਾ ਹੋਈ ਹੈ, ਤਾਂ ਫਿਰ ਤੁਸੀਂ ਆਪਣੀ ਹਾਈ ਕੋਰਟ ਨੂੰ ਕਹੋ
ਜਿਹੜਾ ਤੁਹਾਡਾ ਚੀਫ ਜਸਟਿਸ ਹੈ ਉਹਨੂੰ ਕੋਈ ਲੈਟਰ ਕੱਢੋ, ਇਹਨਾਂ ਨੂੰ ਵੇਖੋ ਇਹ ਕਰੀ ਕੀ ਜਾਂਦੇ ਆ। ਕਰਪਸ਼ਨ ਦੇ ਨਾਂ 'ਤੇ ਤਾਂ ਇਹਨਾਂ ਨੇ ਨੇਰੀ ਲਿਆਂਦੀ ਹੋਈ ਹੈ। ਤੇ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਹੈਗਾ ਉਹ ਇਹ ਖੋਲ੍ਹਦੇ ਨਹੀਂ। 5 ਸਾਲ ਹੋ ਗਏ। ਤਾਂ ਇਹ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਅੱਜ ਵੀ ਮੈਂ ਕੀਤਾ, ਮੈਂ ਆਪਣੀ ਹਰ ਗੱਲਬਾਤ ਵਿੱਚ ਦਿਖਾਊਂਗਾ। ਜੇ ਇਹ ਲਿਫਾਫੇ ਨਹੀਂ ਖੋਲ੍ਹਦੇ ਤੇ ਫਿਰ ਜਿਹੜੇ ਪੰਜਾਬ ਦੇ ਲੋਕ ਹੈਗੇ ਆ 3 ਮਹੀਨਿਆਂ ਬਾਅਦ ਕੋਸ਼ਿਸ਼ ਕਰਾਂਗੇ ਕਿ ਸੜਕਾਂ 'ਤੇ ਆ ਕੇ ਇਹਨਾਂ ਤੋਂ ਹਿਸਾਬ ਮੰਗੀਏ ਤੇ ਇਹਨਾਂ ਨੂੰ ਕਹੀਏ ਕਿ ਜਿਹੜੀ ਤਨਖਾਹਾਂ ਤੁਸੀਂ ਲੈ ਰਹੇ ਆ ਕੁਛ ਉਹਦਾ ਮੁੱਲ ਮੋੜ ਦਿਓ। ਇਹ ਲੋਕਾਂ ਦੇ ਖੂਨ ਪਸੀਨੇ ਦੇ ਟੈਕਸਾਂ ਵਿੱਚੋਂ ਤਨਖਾਹਾਂ ਦਿੱਤੀਆਂ ਜਾ ਰਹੀਆਂ। ਮੈਂ ਹਰ ਵਾਰ ਕਹਿੰਦਾ ਹੁੰਦਾ ਇਹਨਾਂ ਨੂੰ ਮਾਈ ਲਾਰਡ ਕਹਿ ਕੇ ਜਿਹੜੇ ਹਾਈ ਕੋਰਟ ਦੇ ਵਕੀਲਾਂ ਨੇ ਸਿਰ ਚੜਾਇਆ ਹੋਇਆ। ਠੀਕ ਹੈ, ਕਾਹਦੇ ਮਾਈ ਲਾਰਡ ਹੈਗੇ? ਕਿ ਗੁਲਾਮੀ ਪ੍ਰਥਾ ਚੱਲ ਰਹੀ ਹੈ ਇੱਥੇ? ਡੈਮੋਕ੍ਰੇਸੀ ਹੈ? ਕਿਹਦੇ ਲਾਰਡ ਨੇ ਇਹ? ਪਬਲਿਕ ਸਰਵੈਂਟ ਨੇ, ਪਬਲਿਕ ਹੈਗੇ ਆ ਅਸੀਂ ਲੋਕ, ਪਬਲਿਕ ਹੈਗੇ ਮਤਲਬ ਨੌਕਰੀ ਕਰਨ ਵਾਸਤੇ ਬਿਠਾਏ ਤਾਂ ਨੌਕਰੀ ਕਰਨੇ। ਮਾਈ ਲਾਰਡ ਕਾਹਦੇ ਹੈਗੇ? ਤਾਂ ਇਹ ਚੀਜ਼ਾਂ ਨੂੰ ਬਿਲਕੁਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਵਿੱਚ ਲਿਜਾ ਕੇ ਇਹ ਲਾਰਡਸ਼ਿਪ ਇਹਨਾਂ ਦੀ ਖਤਮ ਕੀਤੀ ਜਾਊਗੀ ਇੱਕ ਤਾਂ। ਤੇ ਨੰਬਰ 2 ਜਿਹੜਾ ਹੈਗਾ, ਜੇ ਇਹ ਫੈਸਲੇ ਸਹੀ ਨਹੀਂ ਕਰਨਗੇ ਤਾਂ ਬਿਲਕੁਲ ਲੋਕ ਜਿਹੜੇ ਪੰਜਾਬ ਦੇ ਇਸ ਟਾਈਮ ਸੜਕਾਂ 'ਤੇ ਆਉਣ ਨੂੰ ਤਿਆਰ ਹੈਗੇ ਆ। ਇਹ ਲੋਕ ਰੋ ਫਿਰ ਇਹਨਾਂ ਤੋਂ ਕਾਬੂ ਨਹੀਂ ਆਉਣਾਗਾ। ਤਾਂ ਇਸ ਕਰਕੇ ਇਹਨਾਂ ਨੂੰ ਤਕੀਦ ਹੀ ਕਰਦੇ ਸੀ, ਕਿਉਂਕਿ ਉਹ ਟਾਈਮ ਤਾਂ ਚਲਾ ਗਿਆ ਜਦੋਂ ਕਿ ਇਹਨਾਂ ਨੂੰ ਰਿਕੁਐਸਟਾਂ ਕਰਦੇ ਰਹੇ ਸੀ ਹੁਣ ਤੱਕ। ਠੀਕ ਹੈ ਵੀ ਆਪਣੇ ਕੰਮ ਠੀਕ ਕੀਤੇ ਜਾਣ। ਤਾਂ ਹੁਣ ਤਾਂ ਇਹ ਤਕੀਦ ਹੈ ਕਿ ਨਹੀਂ ਇਹ ਕਰਨਗੇ ਤਾਂ ਫਿਰ ਲੋਕ ਕਰਵਾਉਣਾ ਜਾਣਦੇ। ਇਹਨਾਂ ਦੇ ਹਰ ਇੱਕ ਗਲਤ ਫੈਸਲੇ ਨੂੰ ਬਿਲਕੁਲ ਅਸੀਂ ਜਿਹੜਾ ਹੈਗਾ ਕੰਡੈਮ ਕਰਾਂਗੇ। ਜਿੰਨੀ ਉੱਚੀ ਆਵਾਜ਼ ਵਿੱਚ ਬੋਲ ਕੇ ਕਰ ਸਕਦੇ ਹਾਂ ਉਨੀ ਕਰਾਂਗੇ, ਜਿੰਨਾ ਚਿਰ ਸਾਡੀ ਆਵਾਜ਼ ਨੂੰ ਦਬਾ ਨਹੀਂ ਲਿਆ ਜਾਂਦਾ। ਜੇਕਰ ਪੂਰੇ ਭਾਰਤ ਦੀ ਰਾਜਨੀਤੀ ਨੂੰ ਵੇਖਿਆ ਜਾਵੇ ਤਾਂ ਕੀ ਇਹ ਅਦਾਲਤੀ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ? ਦੁਬਾਰਾ ਦੱਸਿਆ ਜੀ। ਅਦਾਲਤੀ ਫੈਸਲੇ ਹੁੰਦੇ ਨੇ ਜਾਂ ਅਦਾਲਤਾਂ ਦੇ ਕੰਮਕਾਜ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ ਭਾਰਤੀ ਰਾਜਨੀਤੀ? ਟੋਟਲੀ ਕਰਦੀ ਹੈ ਜੀ, ਟੋਟਲੀ ਹੀ ਕਰਦੀ ਹੈ। ਰਾਜਨੀਤੀ ਦਾ ਹੀ ਕਰੀ ਜਾਂਦੀ। ਇਹ ਕੌਣ ਨੇ ਜਿਹੜੇ ਬੈਠੇ ਇਹਨਾਂ ਸੀਟਾਂ 'ਤੇ? ਇਹ ਕਿੱਥੋਂ ਆਏ? ਕੋਈ ਕਿਸੇ ਕਾਂਗਰਸ ਨੂੰ ਬਿਲੋਂਗ ਕਰਦਾ ਹੈ, ਕੋਈ ਕਿਤੇ ਬੀਜੇਪੀ ਨੂੰ ਬਿਲੋਂਗ ਕਰਦਾ, ਕੋਈ ਕਿਤੇ ਅਕਾਲੀਆਂ ਦੇ ਕੋਈ ਸਿਸਟਮ ਜੜਦੇ। ਸਾਰੇ ਦੇ ਸਾਰੇ ਅਕਾਲੀਆਂ ਦੀ ਫੈਮਲੀਆਂ ਦੇ ਵਿੱਚੋਂ, ਸੌਰੀ ਪੋਲੀਟੀਸ਼ੀਅਨ ਦੀ ਫੈਮਲੀ 'ਚੋਂ ਹੈਗੇ। ਕੋਈ ਵੱਖਰੇ ਥੋੜ੍ਹਾ ਆਏ ਹੋਏ ਕਿਤੋਂ। ਇੱਕ ਤਾਂ ਇਹ ਪਹਿਲਾਂ ਪਰਿਵਾਰਵਾਦ ਹਾਵੀ ਹੈ। ਕੋਲਜੀਅਮ ਸਿਸਟਮ ਦਾ ਹੁਣ ਬਹੁਤ ਰੌਲਾ ਪਿਆ। ਉਮੀਦ ਕਰਦੇ ਹਾਂ ਕਿ ਕੋਲਜੀਅਮ ਸਿਸਟਮ ਨਾਂ ਦਾ ਕਲੰਕ ਜਿਹੜਾ ਇਸ ਸਟੇਟ ਦੇ ਵਿੱਚੋਂ, ਇਸ ਮੁਲਕ ਦੇ ਵਿੱਚੋਂ ਖਤਮ ਹੋਣਾ ਚਾਹੀਦਾ, ਜਿਹਦੇ ਤਹਿਤ ਗਾਂ ਦੀ ਗਾਂ ਜਿਹੜੇ ਹੈਗੇ ਤੀਜੀ ਪੀੜ੍ਹੀ ਤਾਂ ਸਾਡੇ ਚੀਫ ਜਸਟਿਸ ਨਾਮ ਆ ਉਹ ਆਈ ਬੈਠੀ। ਕੱਲ੍ਹ ਮੈਂ ਇੱਕ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀਗਾ, ਉਹ ਇਹਨਾਂ ਦੇ ਬੇਟੇ ਦਾ ਨਾਮ ਸ਼ਾਇਦ ਅਭਿਨਵ ਚੰਦਰਚੂੜ ਹੋਊਗਾ, ਉਹਦਾ ਵੀ ਗਾਂ ਬਣਾਇਆ ਪਿਆ ਸੀ ਵੀ ਜੇ ਆਹ ਜੱਜ ਜਿਹੜਾ ਹੈਗਾ ਹੁਣ ਜਿਹਨੂੰ ਇਹਨਾਂ ਨੇ ਰਿਕਮੈਂਡ ਕੀਤਾ ਇਸ ਨਵੇਂ ਚੀਫ ਜਸਟਿਸ ਨੇ, ਉਹ ਫਿਰ ਗਾਂ ਇਸ ਚੀਫ ਜਸਟਿਸ ਦੇ ਮੁੰਡੇ ਨੂੰ 2034 ਵਿੱਚ ਸੁਪਰੀਮ ਕੋਰਟ ਦਾ ਜੱਜ ਬਣਾਊਗਾ ਜਾਂ ਚੀਫ ਬਣਾਊਗਾ। ਤਾਂ ਆਹ ਤਾਂ ਇਹਨਾਂ ਦੀ ਹਾਲ ਹੈ। ਚੌਥੀ ਪੀੜ੍ਹੀ ਦੀ ਵੀ ਗਾਂ ਲੋਕਾਂ ਨੇ ਕੀ ਆਸਰਾਈਆਂ ਕਰ ਦਿੱਤੀਆਂ ਵੀ ਕੌਣ ਕਿਵੇਂ ਬਣੂਗਾ। ਤੇ ਇਹ ਸਿਸਟਮ ਟੁੱਟਣਾ ਚਾਹੀਦਾ ਬਿਲਕੁਲ। ਜਿਹੜੇ ਹੈਗੇ ਲੋਕ ਖਾਸ ਤੌਰ 'ਤੇ ਹਾਈ ਕੋਰਟਾਂ ਦੇ ਵਿੱਚ ਬੈਠੇ ਲੋਕ, ਇੱਕ ਵਕੀਲ ਪੈਟਸ ਕਰਦਾ ਜਾ ਕੇ ਹਾਈ ਕੋਰਟ ਦਾ ਜੱਜ ਬਣ ਜਾਵੇ। ਕੋਈ ਕੰਪੀਟੀਸ਼ਨ ਹੋਣਾ ਚਾਹੀਦਾ ਹੈ, ਕੋਈ ਇਹਦਾ ਕ੍ਰਾਈਟੇਰੀਆ ਹੋਣਾ ਚਾਹੀਦਾ, ਕੋਈ ਸਿਲੈਕਸ਼ਨ ਪ੍ਰੋਸੈਸ ਹੋਣਾ ਚਾਹੀਦਾ। ਨਾ ਵੋਟ ਨਾ ਸਿਲੈਕਸ਼ਨ, ਦੋ ਹੀ ਚੀਜ਼ਾਂ ਹੁੰਦੀਆਂ ਨਾ ਡੈਮੋਕ੍ਰੇਸੀ ਦੇ ਵਿੱਚ। ਜਾਂ ਕੋਈ ਸਿਲੈਕਸ਼ਨ ਦਾ ਹੈ ਤੇ ਜਾਂ ਇਲੈਕਸ਼ਨ ਹੈ। ਨਾ ਇਹਨਾਂ ਨੂੰ ਕਿਸੇ ਇਲੈਕਸ਼ਨ ਦੀ ਲੋੜ ਹੈ, ਨਾ ਇਹਨਾਂ ਨੂੰ ਕਿਸੇ ਸਿਲੈਕਸ਼ਨ ਦੀ ਲੋੜ ਹੈ। ਇਹਨਾਂ ਨੂੰ ਲੋੜ ਹੈ ਚਾਪਲੂਸੀ ਦੀ, ਖੁਸ਼ਾਮਦਾਂ ਦੀ। ਹਰ ਤਰ੍ਹਾਂ ਦੀ ਜਿਹੜੀ ਕਰਪਸ਼ਨ ਉਹ ਕਰਕੇ ਆਪਣੇ ਆਕਾਵਾਂ ਨੂੰ ਖੁਸ਼ ਕਰੋ ਤੇ ਉਦੋਂ ਬਾਅਦ ਲੋਕਾਂ ਨੂੰ ਲੁੱਟੋ। ਆਹ ਸਾਡੀ ਸੁਪਰੀਮ ਕੋਰਟ ਹਾਈ ਕੋਰਟ ਦਾ ਜਿਹੜਾ ਸਿਸਟਮ ਹੈਗਾ, ਔਰ ਇਹਦੀਆਂ ਪਰਛਾਵਾਂ ਥੱਲੇ ਤੱਕ ਵੀ ਪਿਆ ਹੋਇਆ। ਹੁਣ ਜਿਹੜੀਆਂ ਥੱਲੇ ਦੀਆਂ ਕੋਰਟਾਂ ਖਾਸ ਤੌਰ 'ਤੇ ਪੰਜਾਬ ਦੀਆਂ ਅਸੀਂ ਵੇਖਦੇ ਹਾਂ, ਇਹਨਾਂ ਥੱਲੇ ਇਹਨਾਂ ਨੇ ਮਤਲਬ ਬੁਰਛਾਗਰਦੀ ਮਚਾਈ ਹੋਈ ਹੈ। ਆਪਣੇ ਮੁਲਾਜ਼ਮਾਂ ਦਾ ਜੀਣਾ ਹਰਾਮ ਕੀਤਾ ਹੋਇਆ। ਸਾਡੇ ਚੈਨਲ 'ਤੇ ਪਹਿਲਾਂ ਕੁਛ ਦਿਨ ਪਹਿਲਾਂ ਮੁੰਡਾ ਬੋਲਿਆ ਸੀਗਾ, ਉਹਨੇ ਲਾਹਨਤਾਂ ਮੰਨੀਆਂ ਸੀ ਚੀਫ ਜਸਟਿਸ ਨੂੰ। ਇੱਕ ਕਲਰਕ ਹੋਵੇ ਕੋਰਟ ਦਾ, ਇੱਕ ਕਲਰਕ, ਠੀਕ ਹੈ, ਪੀਐਨ ਕਲਰਕ, ਮਤਲਬ ਕੀ ਉਹਦੀ ਹੁੰਦੀ ਹੈ, ਤੇ ਉਹ ਚੀਫ ਜਸਟਿਸ ਨੂੰ ਲਾਹਨਤਾਂ ਪਵੇ ਵੀ ਥੋੜਾ ਸ਼ਰਮ ਹੋਣੀ ਚਾਹੀਦੀ ਹੈ, ਥੋੜਾ ਬੇੜਾ ਗਰਕ ਹੋ ਗਿਆ। ਤਾਂ ਇਸ ਤੋਂ ਵੱਧ ਹੋਰ ਸ਼ਬਦਾਂ ਵਿੱਚ ਕਿਵੇਂ ਜਗਾਇਆ ਜਾ ਸਕਦਾ ਇਹਨੂੰ? ਜਿਸ ਤਰ੍ਹਾਂ ਗੱਲ ਤੁਸੀਂ ਕਰ ਰਹੇ ਹੋ ਕਿ ਅੱਗੇ ਪੀੜ੍ਹੀ ਦਰ ਪੀੜ੍ਹੀ ਕਹਿ ਲਈਏ ਉਸ ਸੀਟ ਦੇ ਉੱਪਰ ਕਬਜ਼ਾ ਬਣਾਈ ਰੱਖਣਾ। ਪਿਛਲੇ ਦਿਨਾਂ ਦੇ ਦੌਰਾਨ ਭਾਰਤ ਦੇ ਕਾਫੀ ਜ਼ਿਆਦਾ ਮਸ਼ਹੂਰ ਪੱਤਰਕਾਰ ਨੇ ਬਲਜੀਤ ਪਰਮਾਰ ਹੋਰਾਂ ਨੇ, ਜਿਨ੍ਹਾਂ ਨੇ ਜੁਰਮ ਦੇ ਨਾਲ ਸੰਬੰਧਿਤ ਕੇਸਾਂ ਦਾ ਕਾਫੀ ਜ਼ਿਆਦਾ ਪੁਲਿਸ ਪ੍ਰਸ਼ਾਸਨ ਜਾਂ ਕਹਿ ਲਈਏ ਏਜੰਸੀਆਂ ਨਾਲ ਰਲ ਕੇ ਵੀ ਕਈ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਗੁੱਝੇ ਭੇਦ ਨੇ ਉਹ ਜੱਗ ਜ਼ਾਹਿਰ ਕੀਤੇ ਨੇ। ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੀ ਪੰਜਾਬ ਦੀ ਜਿੰਨਾ ਵੀ ਤਾਣਾ ਬਾਣਾ ਇਹਦੇ ਉੱਪਰ 40-45 ਸਿਰਫ ਘਰ ਨੇ ਪੰਜਾਬ ਦੇ ਅਮੀਰ ਘਰਾਣੇ ਨੇ, ਜਿਨ੍ਹਾਂ ਦੇ IAS ਜਾਂ ਹੋਰ ਟੇਢੇ ਵਿੰਗੇ ਢੰਗ ਨਾਲ ਲੋਕ ਫਿੱਟ ਕੀਤੇ ਨੇ। ਉਹ 40-45 ਬੰਦੇ ਹੀ ਪ੍ਰਭਾਵਿਤ ਕਰਦੇ ਨੇ। ਜਿੰਨਾ ਚਿਰ ਇਸ ਤਾਣੇ ਨੂੰ ਤੋੜਿਆ ਨਹੀਂ ਜਾਂਦਾ, ਇਸ ਜਿਹੜੀ ਇਹ ਬਣੀ ਹੋਈ ਇੱਕ ਲੀਹ ਬਣੀ ਹੋਈ ਹੈ ਉਸ ਨੂੰ ਨਹੀਂ ਇਸ ਤਰ੍ਹਾਂ ਕਰਿਆ ਜਾਂਦਾ ਸੈੱਟ, ਤਾਂ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਮਰਜ਼ੀ ਬਦਲ ਕੇ ਆ ਜੇ, ਇਹ ਪੰਜਾਬ ਦੀ ਤਾਣੀ ਉਲਝੀ ਰਹਿਣੀ ਹੈ, ਹੋਰ ਉਲਝਦੀ ਜਾਣੀ ਹੈ। ਗੱਲ ਉਹਨਾਂ ਨੇ ਠੀਕ ਕਹੀ ਹੈ, ਪਰ 40-45 ਦੀ ਫਿਗਰ ਉਹਨਾਂ ਕੋਲ ਕਿੱਥੋਂ ਆਈ ਹੈ? ਮੇਰੇ ਤਾਂ ਧਿਆਨ 'ਚ ਨਹੀਂ ਹੈਗੀ, ਕਿਉਂਕਿ ਫਿਗਰ ਤਾਂ ਇੱਥੇ ਦੋ ਹੀ ਪਰਿਵਾਰਾਂ ਦੀ। ਪਹਿਲਾਂ ਤਾਂ ਮੇਨ ਪੰਜਾਬ ਦੀ ਬਰਬਾਦੀ ਦੀ ਆਪਾਂ ਜੇ ਗੱਲ ਕਰੀਏ ਤਾਂ 40-45 ਹੋ ਸਕਦਾ ਉਹਨਾਂ ਨੇ ਕਿਤੇ ਮੁਲਕ ਦੀ ਗੱਲ ਨਾ ਕੀਤੀ ਹੋਵੇ। ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਹ ਦੋ ਪਰਿਵਾਰਾਂ ਤੋਂ ਇਲਾਵਾ ਬੀਜੇਪੀ ਦਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਉਹ ਇਹਨਾਂ ਦੇ ਬੈਕ ਸਾਈਡ 'ਤੇ ਸੀ। ਠੀਕ ਹੈ, ਜਦੋਂ ਅਕਾਲੀਆਂ ਦੀ ਛਾਂ 'ਚ ਬੀਜੇਪੀ ਨੇ ਕੀਤਾ ਨਾ ਜੋ ਕੀਤਾ, ਤਾਂ ਉਹਦੇ 'ਚ ਤਾਂ ਜਿੰਨਾ ਹਿੱਸਾ ਸੀ ਉਹਨਾਂ ਉਹਦੇ ਹੱਕ 'ਚ ਹੀ ਪਾਵਾਂਗੇ ਨਾ। ਤੇ ਆਹ ਜਿਹੜੇ ਨਵੇਂ ਲਟੇਰੇ ਆਏ ਇਹਨਾਂ ਨੂੰ ਤਾਂ ਮਹੀਨੇ 7 ਹੋਏ ਆ। ਵੈਸੇ ਤਾਂ ਦਾਵਾ ਕਰਦੇ ਆ ਇਹ ਵੀ 7 ਮਹੀਨਿਆਂ 'ਚ 70 ਸਾਲਾਂ ਵਾਲਾ ਕੰਮ ਕਰਤਾ ਸੀ, ਔਰ ਲੱਗਦਾ ਵੀ ਹੈਗਾ। ਜਿਸ ਤਰੀਕੇ ਦਾ ਹਾਲਾਤ ਪੰਜਾਬ ਦੇ ਇਸ ਟਾਈਮ ਹੋਏ ਹੋਏ ਆ, ਜਿਵੇਂ ਆ ਹੁਣ ਮਤਲਬ ਤਾਜ਼ੀਆਂ ਆਪਾਂ ਅੱਜ ਗੱਲ ਕਰ ਰਹੇ ਹਾਂ, ਜੁੱਤੀਆਂ ਪਈਆਂ ਨੂੰ ਹਿਮਾਚਲ 'ਚ ਵੀ ਤੇ ਗੁਜਰਾਤ ਵਿੱਚ ਵੀ। ਜੋ ਇਹਨਾਂ ਨੇ ਜੋ ਹਾਲਾਤ ਪਿਛਲੇ 2-3 ਮਹੀਨਿਆਂ ਤੋਂ ਸਟੇਟ ਖਾਲੀ ਕੀਤੀ ਹੋਈ ਹੈ ਤੇ ਬੇਸ਼ਰਮੀ ਨਾਲ ਕੂੜ ਪ੍ਰਚਾਰ ਕਰਦੇ ਫਿਰਦੇ ਸੀਗੇ, ਇੱਥੇ ਤਾਂ ਜ਼ੀਰੋ ਆਈ ਹੈ।
ਤੇ ਉੱਥੇ ਵੀ 2-3 ਸੀਟਾਂ ਮੈਨੂੰ ਲੱਗਦਾ ਹੁਣ 6 ਦੀ ਗੱਲ ਕਰ ਰਹੇ ਤੇ ਉਮੀਦ ਕਰਦੇ ਆ ਕਿ ਉਹ ਜਾਂ 0 ਆਵੇ ਜਾਂ 2-3 ਆਉਣ, ਜੋ ਇਹਨਾਂ ਦਾ ਮਤਲਬ ਇਸ ਸਟੇਟ ਦੇ ਨਾਲ ਧਰੋਕ ਮਾਰੇ ਹੈ। ਤੇ ਜੇ ਇਹ ਲੋਕ ਜਿਹੜੇ ਹੈਗੇ ਆ ਇਹ ਵੀ ਜਿਹੜੇ ਜਿਨ੍ਹਾਂ 'ਤੇ ਵਿਸ਼ਵਾਸ ਕੀਤਾ ਗਿਆ ਸੀ, ਜਿਨ੍ਹਾਂ ਨੂੰ ਲੋਕਾਂ ਨੇ ਸਮਝਿਆ ਸੀ ਕਿ ਸਾਨੂੰ ਕੁਛ ਪੇ ਬੈਕ ਕਰਨਗੇ ਜਾਂ ਕੋਈ ਹਾਲਾਤ ਪੰਜਾਬ ਦੇ ਬਾਰੇ ਸੋਚਣਗੇ, ਇੱਕ ਪੈਸਾ ਵੀ ਇਹਨਾਂ ਨੇ ਉਸ ਪਾਸੇ ਕਦਮ ਨਹੀਂ ਪੱਟਿਆ। ਸਟੇਟ ਦੀ ਹਾਲਤ ਮਾੜੀ ਤੋਂ ਮਾੜੀ ਹੋ ਜਾ ਰਹੀ ਹੈ। ਤਾਂ ਸੋ 2 ਪਰਿਵਾਰ ਉਹ ਕਹਿ ਲਓ, ਤੀਜੇ ਪਰਿਵਾਰ ਨੂੰ ਕੇਜਰੀਵਾਲ ਜੋੜ ਲਓ। ਭਗਵੰਤ ਮਾਨ ਨੂੰ ਤਾਂ ਮੈਂ CM ਹੀ ਨਹੀਂ ਗਣਦਾ ਗਾ, ਠੀਕ ਹੈ। ਇਹੋ ਜਿਹੇ CM ਹੁੰਦੇ ਆ। ਪਹਿਲੀ ਗੱਲ ਤਾਂ ਉਹਦਾ ਕਿਰਦਾਰ ਕੀ ਹੈਗਾ, ਦੂਜੀ ਗੱਲ ਉਹ ਜਿਸ ਤਰੀਕੇ ਨਾਲ ਐਕਟ ਕਰ ਰਿਹਾ। ਤੋ ਇਸ ਕਰਕੇ ਇਹ 40-45 ਦੀ ਫਿਗਰ ਪਰਮਾਰ ਸਾਹਿਬ ਕੋਲ ਬਹੁਤ ਸਿਆਣੇ ਬੰਦੇ, ਉਹਨਾਂ ਕੋਲ ਹੋਊਗੀ ਨੇਚਰਲੀ, ਕਦੇ ਗੱਲ ਕਰਾਂਗੇ ਪੁੱਛਾਂਗੇ। ਪਰ ਮੈਂ ਆਪਣੇ ਦਿਮਾਗ ਤੋਂ ਲਾਵਾਂ ਤਾਂ ਮੈਨੂੰ ਤਾਂ ਇਹ 2 ਪਰਿਵਾਰ ਤੇ ਇਹਨਾਂ ਦੇ ਗਾਂ ਅੱਗੇ ਭਾਵੇਂ 400-500 ਲਾ ਲਓ, ਜਿਹੜੇ ਅੱਗੇ ਇਹਨਾਂ ਨੇ ਪਾਲੇ ਹੋਏ ਟੁੱਕੜ ਬੋਚ ਇਹਨਾਂ ਦੇ, ਉਹ ਤਾਂ ਭਾਵੇਂ 400-500 ਲਾ ਲਓ। ਇੱਕ ਮੈਂ ਭੁੱਲ ਗਿਆ ਸੀ, ਇੱਕ ਪਰਿਵਾਰ ਹੋਰ ਵੀ ਹੈਗਾ ਬੇਅੰਤ ਸਿੰਘ ਦਾ, ਠੀਕ ਹੈ। ਇਹ ਵੀ ਬਹੁਤ ਵੱਡੇ ਠੱਗ ਹੈਗੇ ਆ, ਲਟੇਰੇ ਹੈਗੇ ਜਾਂ ਬੁੱਚੜ ਤਾਂ ਉਹ ਫੈਮਿਲੀ ਨੂੰ ਕਿਹਾ ਹੀ ਜਾਂਦਾ, ਉੱਥੋਂ ਗਾ ਇਹਨਾਂ ਨੂੰ ਖਾਨਦਾਨੀ ਤਾਂ ਮਿਲੀ ਹੋਈ ਹੈ। ਬਲਾਤਕਾਰੀ ਇਹ ਹੈਗੀ ਆ, ਉਹ ਪਤਾ ਹੀ ਆ ਕੋਟਲੀ ਵਾਲਾ, ਉਹ ਪੈਂਡਿੰਗ ਹੈਗਾ, ਉਹ ਕੇਤੀਆ ਕਾਂਡ, ਸਾਰਾ ਮੁਲਕ ਦਾ ਜਿਹੜਾ ਸਿਰ ਸ਼ਰਮ ਨਾਲ ਝੁਕਦਾ। ਇਹੋ ਜਿਹੇ ਲੋਕਾਂ ਨੂੰ ਅਸੀਂ MP MLA ਬਣਾਇਆ ਹੋਇਆ। ਗਾਂ ਰਵਨੀਤ ਬਿੱਟੂ ਜੀ ਆ, ਕੱਲ੍ਹ ਜੇ ਵਿਜੀਲੈਂਸ ਵਾਲਿਆਂ ਦੇ ਵਰਦੀਆਂ ਨੂੰ ਹੱਥ ਪਾ ਕੇ ਬੈਠੇ ਆ। ਤਾਂ ਇਸ ਕਿਰਦਾਰ ਦੇ ਲੋਕ ਇੱਕ ਇਹ ਪਰਿਵਾਰ ਵੀ ਹੈਗਾ, ਜਿਹੜੇ ਕਿ ਮਤਲਬ ਪੰਜਾਬ ਦੀ ਬਰਬਾਦੀ ਵਿੱਚ ਕਾਫੀ ਡੂੰਘੀ ਹੱਦ ਤੱਕ ਜ਼ਿੰਮੇਵਾਰ ਨੇ। ਤੁਸੀਂ ਗੱਲ ਕੀਤੀ ਜਾਵੇ ਰਾਜਨੀਤੀ ਦੀ, ਤਾਂ ਤੁਸੀਂ ਵੀ ਕਿਤੇ ਨਾ ਕਿਤੇ ਆਪਣੇ ਸੇਵਾਵਾਂ ਦੇ ਦੌਰਾਨ ਰਾਜਨੀਤੀ ਦੀ ਸ਼ਿਕਾਰ ਹੋਏ ਹੋ। ਤਾਂ ਇਸੇ ਤਰ੍ਹਾਂ ਜੇਕਰ ਸਿੱਧੂ ਮੂਸੇਵਾਲੇ ਦੇ ਕੇਸ ਨੂੰ ਵੇਖਿਆ ਜਾਵੇ, ਉਹਦੇ ਵਿੱਚ ਲੱਗਦਾ ਕਿ ਅਜਿਹਾ ਕੁਝ ਹੋ ਸਕਦਾ? ਸਿੱਧੂ ਮੂਸੇਵਾਲੇ ਦੇ ਕੇਸ ਨੂੰ ਬੜੀ ਦੇਰ ਤੋਂ ਡਿਫਰੈਂਟ ਐਂਗਲਾਂ ਤੋਂ ਦੇਖਿਆ ਜਾ ਰਿਹਾ ਹੈ। ਜਦੋਂ ਦੇ ਹੀ ਉਹ ਮਤਲਬ ਇਹ ਵਾਰਦਾਤ ਹੋਈ ਹੈ, ਮੁੰਡਾ ਉਹ ਜਦੋਂ ਉਹਦੀ ਡੈਥ ਹੋਈ ਹੈ, ਉਸ ਤੋਂ ਹੀ ਅਸੀਂ ਵੀ ਕਲੋਜ਼ਲੀ ਵਾਚ ਕਰ ਰਹੇ ਹਾਂ ਕੇਸ ਨੂੰ। ਤੋ ਉਸ ਨੂੰ ਬਹੁਤ ਹੋਰ ਤਰੀਕੇ ਨਾਲ ਡਿਪਾਰਟਮੈਂਟ ਨੇ ਜਿਹੜੀ ਤਫਤੀਸ਼ ਸੀ ਉਹ ਬਿਲਕੁਲ ਜਿਹੜੀ ਹੈਗੀ ਆ ਡਿਫਰੈਂਟਲੀ ਕੀਤੀ, ਜਿਹੜੀ ਕਿ ਕਰਨੀ ਨਹੀਂ ਬਣਦੀ ਸੀ। ਜਿਸ ਤਰੀਕੇ ਨਾਲ ਇਹੋ ਜਿਹਾ ਮਤਲਬ ਇੱਕ ਪੰਜਾਬ ਦਾ ਆਪਾਂ ਕਹਿ ਸਕਦੇ ਹਾਂ ਅੱਜ ਦੀ ਡੇਟ ਵਿੱਚ ਆਉਣ ਵਾਲਾ ਸਟਾਰ ਸੀ, ਜਾਂ ਉਹ ਜਿਸ ਲੈਵਲ ਦੀ ਉਹਦੀ ਗੱਲਬਾਤ ਸੀ ਵੀ ਉਹਦੀ ਮੌਤ ਨੂੰ ਇਸ ਤਰ੍ਹਾਂ ਵਰਾਨ ਕਰ ਦਿੱਤਾ ਜਾਂਦਾ। ਤਾਂ ਬਹੁਤ ਬੁਰੀ ਤਰੀਕੇ ਨਾਲ ਭੈੜੀ ਤਫਤੀਸ਼ ਕਰਕੇ ਕੇਸ ਨੂੰ ਹੁਣ ਤੱਕ ਹੈਂਡਲ ਕੀਤਾ ਗਿਆ। ਫਿਰ ਗਾਂ ਪੋਲੀਟਿਕਸ ਜਿਹੜੀ ਉਹਨਾਂ ਨਾਲ 24 ਘੰਟੇ ਚੱਲ ਰਹੀ ਹੈ। ਇੱਕ ਤਾਂ ਫੈਮਿਲੀ ਐਡੇ ਵੱਡੇ ਸਦਮੇ ਵਿੱਚ ਹੈਗੀ ਹੈ, ਠੀਕ ਹੈ। ਇੱਕ ਉਹ ਇਸ ਕੈਟੇਗਰੀ ਦੇ ਲੋਕ ਨਹੀਂ ਹੈਗੇ ਸੀ ਕਿ ਜੋ ਇਹਨਾਂ ਦੀ ਮਤਲਬ ਜਿਵੇਂ ਇਹ ਡਾਕੂ ਲੁਟੇਰਿਆਂ ਦੀ ਫੈਮਿਲੀ ਆ, ਤਾਂ ਪਹਿਲਾਂ ਜੰਮਦੇ ਇਹਨਾਂ ਦੇ ਜਿਹੜੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ, ਇਹਨਾਂ ਦੇ ਘਰੇ ਤਾਂ ਜੰਮਦੇ ਹੀ ਉਹ ਹੈ। ਤੇ ਉਹ ਤਾਂ ਸਿੱਧ ਪੱਧਰਾ ਮੁੰਡਾ ਸੀ। ਜੇ ਕਿਤੇ ਉਹ ਚਲਾਕ ਹੁੰਦਾ ਤੇ ਉਹ ਐਂ ਮੌਤ ਦੇ ਕਾਬੂ ਨਹੀਂ ਆਉਣਾ ਸੀ ਉਹਨੇ। ਪਰ ਹੁਣ ਜਿਹੜਾ ਹੈਗਾ ਉਹਦੀ ਫੈਮਿਲੀ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਮਤਲਬ ਕੀਤਾ ਹੋਇਆ, ਖੇਡਾਂ ਖੇਡੀਆਂ ਜਾ ਰਹੀਆਂ, ਉਹਨਾਂ ਦੇ ਮੂੰਹ 'ਚੋਂ ਕਦੇ ਕੁਛ ਪਾਉਂਦੇ ਆ, ਕਦੇ ਕੁਛ ਬੁਲਾਉਂਦੇ ਆ। ਤੇ ਹੁਣ ਵੀ ਕੱਲ੍ਹ ਪਰਸੋਂ ਬਿਆਨ ਆ ਰਿਹਾ ਸੀ, ਰਾਜਾ ਵੜਿੰਗ, ਇੱਕ ਹੋਰ ਠੱਗ ਦਾ ਨਾਂ ਲੈਣਾ ਭੁੱਲ ਗਿਆ ਸੀ ਮੈਂ, ਠੀਕ ਹੈ, ਜਿਹੜਾ ਕਿ ਜ਼ਿੰਮੇਵਾਰ ਹੈ ਇੱਕ ਫਰੀਦਕੋਟ ਦੀ ਫੈਮਿਲੀ ਦੇ। ਬਾਕੀ ਤਾਂ ਛੱਡੋ ਠੱਗੀਆਂ ਨੂੰ, ਇੱਕ ਪਰਿਵਾਰ ਜਿਹੜੇ 3 ਸਾਲ ਦਾ 2 ਸਾਲ ਦੇ ਬੱਚੇ ਜਿਹੜੇ ਹੈਗੇ ਆ, ਉਹ ਜਿਹੜੇ 4 ਫੈਮਿਲੀ ਜਿਹੜੀ ਆਤਮ ਹੱਤਿਆ ਦਾ ਕੇਸ ਸੀ, ਉਹ ਡਾਇਰੈਕਟਲੀ ਜ਼ਿੰਮੇਵਾਰ ਹੈ। ਇਹ ਬੰਦੇ ਦਾ ਵੀ ਮਤਲਬ ਬਹੁਤ ਵੱਡਾ ਮਤਲਬ ਯੋਗਦਾਨ ਹੈ। ਤੇ ਪਿੱਛੇ ਕੁਐਸਚਨ ਚੱਲੇ ਸੀ ਕਿਸੇ ਨੇ, ਜਿਹੜਾ ਕਮਲਜੀਤ ਹੈਗਾ ਉਹਦਾ, ਦਰਸ਼ਨ ਬਰਾੜ ਜਿਹੜੇ ਹੈਗੇ ਆ ਬਾਘੇ ਪੁਰਾਣੇ ਤੋਂ MLA ਵੀ ਰਹੇ, ਪਹਿਲਾਂ ਮੰਤਰੀ ਹੈ, ਉਹਨਾਂ ਦਾ ਲੜਕਾ ਕਮਲਜੀਤ ਬਰਾੜ, ਉਹ ਕਿਤੇ ਅਲੱਗ ਹੋਏ ਆ। ਤਾਂ ਆਪਸ ਜਦੋਂ ਰੌਲਾ ਪਿਆ ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਵੀ ਇਹ 10 ਕਰੋੜ ਰੁਪਏ ਨੇ ਸਿੱਧੂ ਮੂਸੇਵਾਲੇ ਤੋਂ ਲਿਆ ਸੀਗਾ। ਤੇ ਇਹ ਬੜੇ ਮਤਲਬ ਬੇਸ਼ਰਮੀ ਨਾਲ ਇੱਕ ਦਿਨ ਕਹਿ ਰਿਹਾ ਵੀ ਹਾਂ ਜੀ ਹਾਂ, ਉਹ ਤਾਂ ਮੈਂ ਜੇ ਲਿਆ ਹੋਊ ਤਾਂ ਮਤਲਬ ਮੈਂ ਦੱਸੂਗਾ ਥੋੜ੍ਹਾ, ਜਾਂ ਫਿਰ ਉਹਦੇ ਪਰਿਵਾਰ ਦੱਸੇ। ਇਹ ਗੱਲ ਮੂੰਹ ਕਢਾ ਕੇ ਫਿਰ ਉਹਦੇ ਪਰਿਵਾਰ ਦੇ ਮਗਰ ਲੱਗ ਗਏ ਇਹ, ਠੀਕ ਹੈ। ਉਹ ਬੜੀ ਮਤਲਬ ਸਾਡੇ ਵਰਗੇ ਲੋਕ, ਚਲੋ ਅਸੀਂ ਤਾਂ ਕਿਹੜਾ ਹੁਣ 24 ਘੰਟੇ ਕੋਈ ਐਡਵਾਈਸ ਦੇਣ ਵਾਸਤੇ ਕਿਸੇ ਬੈਠੇ ਜਾਂ ਕੋਈ ਆਉਣ ਸਾਡੀ ਸੁਣਦਾ, ਪਰ ਉਹਨਾਂ ਦੇ ਮੂੰਹ 'ਚੋਂ ਇਹ ਘਵਾ ਲਿਆ ਇਹਨਾਂ ਨੇ ਵੀ ਜਿਹੜਾ ਰਾਜਾ ਬਣ ਗਿਆ, ਇਹਦੇ ਕੋਲ ਕੋਈ ਪੈਸਾ ਸਾਡੇ ਕੋਲ ਨਹੀਂ ਮਤਲਬ ਅਸੀਂ ਦਿੱਤਾ। ਉਹਦੇ ਫਾਦਰ ਨੇ ਕਿਹਾ। ਮੈਂ ਕਹਿੰਦਾ ਉਹਦੇ ਫਾਦਰ ਨੂੰ ਕੀ ਪਤਾ ਸੀਗਾ ਕਿ ਉਹ ਹਰ ਟਾਈਮ ਜਿਹੜਾ ਹੈਗਾ ਇੱਕ ਮੁੰਡਾ ਜਿਹੜਾ ਆਪ ਕਮਾਈ ਕਰ ਰਿਹਾ, ਸਭ ਕੁਝ ਆਪ ਕਰ ਰਿਹਾ, ਆਜ਼ਾਦ ਹੈਗਾ, ਉਹ ਮਤਲਬ ਕੋਈ ਪੈਸੇ ਦਾ ਕੋਈ ਤੋੜ ਨਹੀਂ ਕਿਸੇ ਪਾਸੇ ਹੋਏਗੀ, ਠੀਕ ਹੈ। ਇੱਕ ਤੋਂ ਮਤਲਬ ਬਹੁਤ ਵੱਡਾ ਇੱਕ ਫਲੱਡਿੰਗ ਹੈ ਪੈਸੇ ਦੀ। ਤੇ ਉਹਦੇ ਵਿੱਚ ਜੇ ਇਹੋ ਜਿਹੇ ਮਤਲਬ ਭੁੱਖੇ ਨੰਗੇ ਜਿਹੜੇ ਉੱਠੇ ਹੋਏ ਲੋਕ ਸੀ, ਇਹ ਖਾ ਗਿਆ ਹੋਵੇ 10 ਕਰੋੜ ਰੁਪਏ, ਵੱਡੀ ਗੱਲ ਥੋੜ੍ਹਾ ਹੈਗੀ। ਕੈਪਟਨ ਉਹਨੇ ਦੂਜੇ ਕਮਲਜੀਤ ਨੇ ਕਿਹਾ, ਉਹਨੇ ਕਿਸੇ ਗਲਤੀ ਕਿਹਾ ਹੋਊਗਾ। ਤੇ ਇਸ ਕਰਕੇ ਇਹ ਜਿਹੀ ਗੱਲਾਂ ਮੂੰਹ 'ਚ ਪਵਾ ਕੇ ਫਿਰ ਉਹਨਾਂ ਕੋਲੋਂ ਕਲੀਨ ਚਿੱਟਾਂ ਲੈਂਦੇ। ਜਦੋਂ ਇਹ ਅੱਜ ਉਹਦੇ ਫਾਦਰ ਵੱਲੋਂ ਜਦੋਂ ਇਹ ਕਿਹਾ ਗਿਆ, ਤੇ ਫਿਰ ਉਸ ਗੱਲ ਨੂੰ ਬੜਾ ਪ੍ਰਚਾਰਿਆ ਜਾ ਰਿਹਾ। ਹਰ ਹਾਲ 'ਚ ਠੱਗੀ ਮਾਰੀ ਹੋਊਗੀ, ਕਿਉਂ ਕੰਮ ਜਿਹੜਾ ਕੱਪੜਿਆਂ ਦੀ ਸਵਾਈ ਦੇ ਪੈਸੇ ਨਹੀਂ ਦਿੰਦਾ, ਉਹ ਕਿਸੇ ਨੂੰ ਕਿੱਥੋਂ ਬਖਸ਼ ਦੂਗਾ। ਤੋ ਇਸ ਕਰਕੇ ਜਿਹੜਾ ਰਾਜਾ ਵੜਿੰਗ ਦਾ ਨਾਮ ਮੈਂ ਲੈਣਾ ਭੁੱਲ ਗਿਆ ਸੀ, ਇਹ ਇੱਕ ਬਹੁਤ ਵੱਡਾ ਠੱਗ ਆਦਮੀ ਹੈ। ਤੇ ਮੂਸੇਵਾਲੇ ਦੀ ਫੈਮਿਲੀ ਨੂੰ ਇਹ ਲੋਕ ਬਲੈਕਮੇਲ ਅੱਜ ਵੀ ਕਰਨੋਂ ਨਹੀਂ ਹਟਦੇ। ਇਹ ਜਿਸ ਤਰ੍ਹਾਂ ਤੁਸੀਂ ਰਾਜਨੀਤੀ ਦਾ ਸ਼ਿਕਾਰ ਹੋਏ ਹੋ, ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਜਿਸ ਵਕਤ ਤੁਸੀਂ ਪਰੇਸ਼ਾਨੀ ਦੇ ਵਿੱਚ ਸੀ, ਵੇਖਿਆ ਜਾਵੇ ਤਾਂ ਬਹੁਤਾ ਜਿਹੜੇ ਤੁਹਾਡੇ ਹਮਰੁਤਬਾ ਸਨ ਜਾਂ ਕਹਿ ਲਈਏ ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਸਨ, ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੇ ਵੀ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜਨਾ ਠੀਕ ਨਹੀਂ ਸਮਝਿਆ। ਅਜਿਹਾ ਹੀ ਸਿੱਧੂ ਮੂਸੇਵਾਲੇ ਕੇਸ 'ਚ ਵੀ ਲੱਗ ਰਿਹਾ। ਜਿਹੜੇ ਵੱਡੇ ਵੱਡੇ ਗਵਈਏ ਨੇ, ਕਲਾਕਾਰ ਨੇ, ਜਿਹੜੇ ਉਹਦੀਆਂ ਨਾਮ ਦੀਆਂ ਬਾਤਾਂ ਪਾਉਂਦੇ ਸਨ, ਕਹਿੰਦੇ ਸਨ ਬਾਈ ਸਾਡੇ ਨਾਲ ਹੈ, ਬਾਈ ਇੱਦਾਂ, ਬਾਈ ਉੱਦਾਂ, ਉਹਨਾਂ ਦੀਆਂ ਫੋਟੋਆਂ ਖਿਚਵਾਉਣੀਆਂ ਉਹਨਾਂ ਨਾਲ। ਵੱਡੇ ਵੱਡੇ ਅੱਜ ਦੇ ਸਟਾਰ ਜਿਹੜੇ ਨੇ, ਹੁਣ ਵੀ ਸਟਾਰ ਨੇ, ਸੁਪਰ ਸਟਾਰ ਨੇ, ਉਹ ਵੀ ਉਹਨਾਂ ਨਾਲ ਫੋਟੋਆਂ ਖਿਚਾਉਂਦੇ ਸਨ। ਤੇ ਉਹਨਾਂ ਨੂੰ ਇਸ ਵਕਤ ਇੱਦਾਂ ਲੱਗ ਰਿਹਾ ਜਿਵੇਂ ਸਾਥ ਨਹੀਂ ਦਿੱਤਾ ਜਾ ਰਿਹਾ ਇਨਸਾਫ ਵਾਸਤੇ, ਖਾਸ ਕਰਕੇ ਉਹਨਾਂ ਦੇ ਪਰਿਵਾਰ ਨੂੰ। ਤੁਸੀਂ ਕੀ ਕਹਿਣਾ ਚਾਹੋਗੇ ਇਸ 'ਤੇ? ਪਹਿਲਾਂ ਤਾਂ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਲਾਂ। ਮੁਰਦਿਆਂ ਦਾ ਮਹਿਕਮਾ ਹੈ, ਇੱਥੋਂ ਅਸੀਂ ਉਮੀਦ ਹੀ ਕੋਈ ਨਹੀਂ ਕਰਦੇ। ਜਿਹੜੇ ਜਿਉਂਦੇ ਹੋਣ ਉਹ ਕਿਸੇ ਦੇ ਪਿੱਛੇ ਆਵਾਜ਼ ਉਠਾਉਂਦੇ ਹੁੰਦੇ ਆ, ਤਾਂ ਮੁਰਦੇ ਆ।
ਇਹਨਾਂ ਤੋਂ ਜੋ ਮਰਜ਼ੀ ਘਵਾ ਲਓ, ਸਾਡੇ ਡੀਜੀਪੀ ਤੋਂ ਲੈ ਕੇ ਥੱਲੇ ਸਿਪਾਹੀ ਤੱਕ ਦਾ ਲਾ ਲਓ। ਫਿਰ ਵੀ ਮੈਂ ਥੱਲੇ ਕੰਸਟੇਬਲੀ ਤੋਂ ਲੈ ਕੇ ਇੰਸਪੈਕਟਰ ਲੈਵਲ ਨੂੰ ਜਾਂ ਡੀਐਸਪੀ ਲੈਵਲ ਨੂੰ ਤਾਂ ਅੱਡ ਕਰਦਾ ਹੁੰਦਾ, ਕਿਉਂਕਿ ਇਹ ਤਾਂ ਬਿਲਕੁਲ ਵੱਡੇ ਗੁਲਾਮ ਹੈ। ਇਹਨਾਂ ਨੂੰ ਤਾਂ ਜੋ ਮਰਜ਼ੀ ਕਰਾਈ ਜਾਓ, ਉਹਨੇ ਤਾਂ ਕਰੀ ਜਾਣਾ ਦਾ ਮਾਲਕ ਦਾ ਹੁਕਮ। ਉੱਪਰਲਾ ਜਿਹੜਾ ਰੈਂਕ ਹੈਗਾ ਡੀਜੀਪੀ ਲੈਵਲ ਤੱਕ ਦਾ, ਇਹਨਾਂ ਨੇ ਬਿਲਕੁਲ ਬੁਰੇ ਹਾਲ ਤੋਂ ਗੁਲਾਮੀ ਜਿਹੜੀ ਆਪਣੇ ਗੱਲ 'ਚ ਪਾਈ ਹੋਈ ਹੈ। ਤਾਂ ਇਹ ਲੋਕ ਹੁੰਦੇ ਜੇ ਕਿਸੇ ਤੱਕ ਭਲਾ ਕਰ ਸਕੇ ਹੁਣ, ਤੇ ਇਹ ਤਾਂ ਮੁਰਦੇ ਹੈ। ਇਹਨਾਂ ਦਾ ਇੱਕ ਡੀਐਸਪੀ ਨੂੰ ਸ਼ਰੇਆਮ ਇੱਕ ਪੋਲੀਟੀਕਲ ਗਲਤ ਬੰਦੇ ਨੇ ਗਲਤ ਇਲਜ਼ਾਮ ਲਾ ਕੇ ਡਿਸਮਿਸ ਕਰਵਾ ਦਿੱਤਾ, ਤੇ ਮਤਲਬ ਇਹ ਅੱਜ ਤੱਕ ਨਹੀਂ ਬੋਲਿਆ ਕੋਈ। ਅੱਜ ਤਾਂ ਸਰਕਾਰ ਨਹੀਂ ਹੈਗੀ ਸੀ, ਅੱਜ ਨਹੀਂ ਇਹ ਡੀਜੀਪੀ ਨੂੰ ਦੱਸਦਾ ਵੀ ਇੱਕ ਸਾਡੇ ਅਫਸਰ ਨਾਲ ਧੱਕਾ ਹੋਇਆ ਹੈ ਜਾਂ ਕਿਸੇ ਹੋਰ ਨੂੰ ਦੱਸਦਾ। ਤਾਂ ਇਹ ਤਾਂ ਮੁਰਦਿਆਂ ਦਾ ਮਹਿਕਮਾ ਹੈ ਅੱਜ ਦੀ ਡੇਟ ਵਿੱਚ, ਬਿਲਕੁਲ ਬੇਗੈਰਤ ਔਰ ਅਨਪ੍ਰੋਫੈਸ਼ਨਲ ਮੁਰਦੇ ਜਿਹੜੇ ਹੈਗੇ ਇਸ ਟਾਈਮ ਸਟੇਟ ਦੀ ਪੁਲਿਸ ਨੂੰ ਚਲਾ ਰਹੇ ਆ। ਦੂਜੀ ਗੱਲ ਕਲਾਕਾਰਾਂ ਦੀ ਆਪਾਂ ਕਰ ਲੈਂਦੇ ਹਾਂ। ਕਲਾਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ, ਜਿਵੇਂ ਮੈਨੂੰ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਅਖੀਰ ਤੇ ਜਾ ਕੇ ਕਦੇ ਸਮੈਲ ਆਉਂਦੀ ਹੁੰਦੀ ਹੈ ਵੀ ਇਹ ਕੇਸ ਵੀ ਕਿਤੇ ਗਾਂਹ ਜਾਂਦੇ ਹੋਏ ਡਰੱਗ ਵਾਲੇ ਪਾਸੇ ਨਾ ਤੁਰਦੇ ਹੁਣ, ਕਿਉਂਕਿ ਗੈਂਗਸਟਰ ਜਿੱਥੇ ਆ ਜਾਂਦਾ ਉੱਥੇ ਡਰੱਗ ਇੰਡਾਇਰੈਕਟਲੀ ਆ ਜਾਂਦੀ ਹੈ। ਗੈਂਗਸਟਰ ਪੈਦਾ ਹੀ ਇਸ ਪਿੱਛੇ ਕੀਤਾ ਗਿਆ, ਡਰੱਗ ਵੇਚਣੀ ਸੀ ਪੋਲੀਟੀਸ਼ੀਅਨ ਨੇ। ਮਜੀਠੀ ਤੋਂ ਸ਼ੁਰੂ ਹੁੰਦੀ, ਮੈਂ ਹਰ ਵਾਰ ਆਪਣੀ ਗੱਲ ਕਰਦਾ ਹੁੰਦਾ। ਤਾਂ ਜੋ ਇਹ ਰੂਟੀਨ ਦੇ ਵਿੱਚ ਅਗਲੇ ਵੀ ਜਿੰਨੇ ਵੀ ਸਿੰਗਰ ਹੈਗੇ ਆ, ਇਹਨਾਂ ਨੂੰ ਕਿਉਂ ਨਹੀਂ ਇਨਵੋਲਵ ਕੀਤਾ ਗਿਆ ਹੋਊਗਾ ਇਹਨਾਂ ਕੰਮਾਂ ਦੇ ਵਿੱਚ। ਇਹਨਾਂ ਕੋਲ ਜਿਹੜਾ ਤਾਮ ਝਾਮ ਹੈਗਾ, ਜਿਹੜਾ ਇਹਨਾਂ ਦਾ ਆਉਣ ਜਾਣ ਦਾ ਸਿਸਟਮ ਹੈ, ਬਾਹਰ ਟੂਰ ਲੱਗਦੇ ਆ, ਠੀਕ ਹੈ, ਪੂਰੇ ਦੇ ਪੂਰੇ ਪੈਕੇਜ ਜਾਂ ਬਹੁਤ ਵੱਡੇ ਇੱਕ ਮਤਲਬ ਇਹਨਾਂ ਦੇ ਆਵਾਜਾਈ ਹੁੰਦੀ ਹੈ। ਕਬੱਡੀ ਦੇ ਪਲੇਅਰ ਸੀ ਜਿਹੜੇ, ਉਹ ਵੀ ਮੁੰਡੇ ਸੰਦੀਪ ਮੰਬੀਆਂ ਦਾ ਹੋਇਆ, ਮੈਂ ਮੈਂਸ਼ਨ ਕਰਦੇ ਹਾਂ। ਇਹ ਸਾਰੇ ਜਿਹੜੇ ਕਬੱਡੀ ਕੱਪ ਚੱਲਦੇ ਰਹੇ ਇੱਥੇ, ਇਹ ਸਾਰਾ ਡਰੱਗ ਦਾ ਧੰਦਾ ਹੁੰਦਾ ਰਿਹਾ। ਉਹਦੇ ਵਿੱਚ ਸਾਰੇ ਤਾਂ ਇਹ ਪਲੇਅਰ ਇਹਨਾਂ ਨੇ ਕਾਣੇ ਕੀਤੇ ਹੋਏ ਆ, ਜਾਂ ਜਾਣਿਆ ਤੌਰ 'ਤੇ ਜਾਂ ਅਣਜਾਣੇ ਤੌਰ 'ਤੇ। ਇਵੇਂ ਇਹਨਾਂ ਦਾ ਕਲਾਕਾਰਾਂ ਦਾ ਹਾਲ ਹੈ। ਇਹ ਜਾਣੇ ਜਾਂ ਅਣਜਾਣੇ ਤਕਰੀਬਨ ਹਰ ਕੋਈ ਬੰਦਾ ਜਿਹੜਾ ਹੈਗਾ, ਕੋਈ ਦੋ ਚਾਰ ਨੂੰ ਛੱਡ ਕੇ ਸ਼ਾਇਦ ਸਾਰਾ ਇਸ ਜਾਲ ਵਿੱਚ ਉਲਝਿਆ ਹੋਇਆ। ਤੇ ਜਿਹੜੇ ਆਪ ਇਹ 'ਚ ਉਲਝੇ ਹੋਣਗੇ, ਕਿਸੇ ਪਿੱਛੇ ਕੀ ਬੋਲਣਗੇ। ਤੇ ਉਹ ਮੈਂ ਜਿਵੇਂ ਆਪਣੀ ਉਦਾਹਰਨ ਮਹਿਕਮੇ ਦੀ ਦਿੱਤੀ ਹੈ, ਉਵੇਂ ਇਹ ਹੈ, ਇਹ ਵੀ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਿਸੇ ਸਿਸਟਮ ਦੇ ਗੁਲਾਮ ਹੈ। ਕੋਈ ਇਹਨਾਂ 'ਚ ਕਮੀਆਂ ਹੈਗੀਆਂ, ਤਾਂ ਕਰਕੇ ਆਪਦੇ ਭਾਈਚਾਰੇ ਪਿੱਛੇ ਨਹੀਂ ਬੋਲ ਸਕੇ, ਨਹੀਂ ਤਾਂ ਕੌਣ ਨਹੀਂ ਬੋਲਦਾ ਜੀ। ਤੇ ਗੱਲ ਆਪਾਂ ਕਰੀਏ ਜੇਕਰ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਨੇਕ ਇਨਸਾਨ ਨੇ, ਚੰਗੇ ਆਫੀਸਰ ਵੀ ਹੋਣਗੇ, ਉਹ ਕਿਸ ਤਰ੍ਹਾਂ ਇੱਥੇ ਮਤਲਬ ਕਿ ਪੂਰੇ ਆ ਰਹੇ ਨੇ ਜੇ ਕਹਿ ਲਿਆ ਜਾਵੇ ਇੱਥੇ ਸਿਸਟਮ ਦੇ ਮੁਤਾਬਕ? ਚਲੋ ਇਹ ਵਿਸ਼ੇ ਤੇ ਆਪਾਂ ਨਾ ਹੀ ਕਰੀਏ। ਜੇ ਹੁਣ ਮੈਂ ਕਿਸੇ ਬਾਰੇ ਨੇਕ ਦੱਸਣ ਲੱਗ ਜੂੰਗਾ, ਫਿਰ ਅਗਲਾ ਕਹੂਗਾ ਵੀ ਇਹ ਨੇਕ ਕਿਉਂ ਅਤੇ ਉਹ ਕੀ ਹੈ। ਮੈਂ ਮੁਰਦਿਆਂ ਦਾ ਮਹਿਕਮਾ ਦੱਸ ਦਿੱਤਾ, ਇਹਦੇ 'ਚ ਨੇਕ ਵੀ ਜਿਹੜੇ ਹੈਗੇ ਆ। ਜੇ ਮੁਰਦੇ ਆ ਤਾਂ ਫਿਰ ਉਹ ਨੇਕ ਕਾਹਦੇ ਹੈਗੇ? ਜੇ ਕੁਛ ਕਿਸੇ ਦੇ ਪੱਲੇ ਹੋਵੇ ਬੋਲੇ ਨਾ ਕੋਈ, ਤਾਂ ਇਸ ਕਰਕੇ ਸਭ ਮੁਰਦਿਆਂ ਦੀ ਜਿਹੜੀ ਉਹ ਬਸਤੀ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰ ਲਓ। ਅਗਲੇ ਸਵਾਲ 'ਤੇ ਚੱਲਦੇ ਹਾਂ। ਸਿਕਿਉਰਿਟੀ ਦੀ ਆਮ ਤੌਰ 'ਤੇ ਵੇਖਾ ਵੇਖੀ ਗੱਲ ਕੀਤੀ ਜਾਵੇ, ਜਿਹੜੇ ਡੇਰੇ ਨੇ, ਬਾਬੇ ਨੇ, ਉਹ ਕਿਸੇ ਵੀ ਧਰਮ ਦੇ ਹੋਣ, ਉਹਨਾਂ ਕੋਲ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ। XYZ ਅਲੱਗ-ਅਲੱਗ ਤਰ੍ਹਾਂ ਦੀ ਉਹਨਾਂ ਕੋਲ ਸੁਰੱਖਿਆ ਹੈ। ਤੁਸੀਂ ਬੇਬਾਕੀ ਨਾਲ ਜਾਣੇ ਜਾਂਦੇ ਹੋ, ਆਪਣੀ ਬੇਬਾਕੀ ਬਾਰੇ ਤੁਸੀਂ ਬਹੁਤ ਹੀ ਜਿਹੜੇ ਕਹਿ ਲਈਏ ਕਾਫੀ ਜਿਹੜੇ ਖਤਰਨਾਕ ਕਹਿ ਲਈ ਜਿਹੜੇ ਸਵਾਲ ਨੇ ਉਹਨਾਂ ਨੂੰ ਛੂੰਹਦੇ ਰਹਿੰਦੇ ਹੋ, ਉੱਥੇ ਗੱਲ ਕਰਦੇ ਹੋ। ਤੇ ਤੁਸੀਂ ਕਿੰਨੀ ਕੁ ਸਿਕਿਉਰਿਟੀ ਲੈ ਕੇ ਚੱਲਦੇ ਹੋ? ਕਿਉਂਕਿ ਤੁਸੀਂ ਹਰ ਜਿਹੜਾ ਵੀ ਗੱਲ 'ਤੇ ਜਾਂ ਸਿਸਟਮ ਦੇ ਵਿੱਚ ਗੰਦਲਾਪਣ ਆਇਆ, ਉੱਥੇ ਬੇਬਾਕੀ ਨਾਲ ਬੋਲਦੇ ਹੋ। ਮੇਰੇ ਕੋਲ ਹੈਗੀ ਅਕਾਲ ਪੁਰਖ ਦੀ ਸਿਕਿਉਰਿਟੀ, ਠੀਕ ਹੈ। ਇਹਨਾਂ ਕੋਲ ਹੈਗੀਆਂ ਜਾਲੀ ਸਿਕਿਉਰਿਟੀਆਂ। ਅੱਜ ਤੁਸੀਂ ਉਹਦੀ ਸਿਕਿਉਰਿਟੀ ਤੋਂ ਜ਼ਿਕਰ ਕਰ ਲੈਂਦੇ ਆ, ਸੂਰੀ ਨੂੰ ਇੱਕ ਬੰਦੇ ਨੇ ਲਿਜਾ ਕੇ ਮਾਰ ਦਿੱਤਾ ਨਾ, ਇਸ ਕਿੱਥੇ ਸਿਕਿਉਰਿਟੀ ਉਹ? ਇਹਨਾਂ ਸਿਕਿਉਰਿਟੀ ਦੇ ਬਚਾਏ ਹੋਏ ਬਚਣਾ। ਇਹ ਸਿਕਿਉਰਿਟੀ ਤਾਂ ਇਹਨਾਂ ਨੇ ਠੱਗਣ ਵਾਸਤੇ, ਜਿਹੜੇ ਆ ਡੇਰੇ ਵਾਲੇ ਤੁਸੀਂ ਸੰਤਾਂ ਦੀ ਗੱਲ ਕਰਦੇ, ਇਹ ਬਹੁਤ ਵੱਡੇ ਲਟੇਰੇ ਆ ਸਾਰੇ। ਇਹਨਾਂ ਨੇ ਵੀ ਲੋਕਾਂ ਨੂੰ ਠੱਗਿਆ ਹੋਇਆ ਵੱਖ-ਵੱਖ ਰੂਪਾਂ ਵਿੱਚ। ਠੀਕ, ਮੈਂ ਸਾਰੇ ਹੀ ਕਹਿੰਦੇ ਜਿਹੜਾ ਮਰਜ਼ੀ ਉਹ 'ਚ ਨਾਮ ਲੈਣ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ। ਜਿਹੜੇ ਬੰਦੇ ਨੂੰ ਵਿਖਾਵੇ ਵਾਸਤੇ ਮੀਡੀਆ ਚਾਹੀਦਾ, ਜਿਹਨੂੰ ਵਿਖਾਵੇ ਵਾਸਤੇ ਸਿਕਿਉਰਿਟੀ ਚਾਹੀਦੀ ਹੈ, ਉਹ ਠੱਗ ਹੈ। ਤੋ ਇਹ ਸਾਰੇ ਦੇ ਸਾਰੇ ਜਿੰਨੇ ਪੋਲੀਟੀਸ਼ੀਅਨ ਹੈਗੇ, ਜਿੰਨੇ ਡੇਰਿਆਂ ਵਾਲੇ ਆ, ਇਹਨਾਂ ਨੇ ਲੋਕਾਂ ਨੂੰ ਠੱਗਣ ਵਾਸਤੇ, ਜਿਹੜਾ ਇੱਕ ਪ੍ਰਭਾਵ ਦੇਣ ਵਾਸਤੇ। ਤੇ ਦੂਜੀ ਗੱਲ ਹੈ ਵੀ ਇਹਨਾਂ ਦੀਆਂ ਠੱਗੀਆਂ ਨੂੰ ਕੋਈ ਇਹਨਾਂ ਦੇ ਗਲੇ ਮੈਨੂੰ ਹੱਥ ਨਾ ਪਾਵੇ, ਉਹਨੂੰ ਰੋਕਣ ਵਾਸਤੇ। ਜਿਵੇਂ ਕਿ ਮੈਂ ਮੱਤੇਵਾੜੇ ਇਹਦੇ ਗਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਰਾਜੇ ਵੜਿੰਗ ਦੇ। ਉੱਥੇ ਫਿਰ ਮੁਸਲਮਾਨ ਸੀਗੇ ਬੱਚੇ ਦੇ, ਹੋਰ ਕੋਈ ਇਹਨਾਂ ਦੇ ਜਿਹੜੇ ਰੱਖੇ ਹੁੰਦੇ ਜਿਹੜੇ ਟਟਪੂੰਜੀਏ, ਠੀਕ ਹੈ, ਉਹ ਫਿਰ ਵਿਚਾਲੇ ਆ ਕੇ ਇਹਨਾਂ ਨੂੰ ਬਚਾਉਂਦੇ ਆ। ਤੇ ਇਹਨਾਂ ਨੇ ਚੋਰਾਂ ਚੱਕਿਆਂ ਨੇ ਆਪਣੀ ਜਿਹੜਾ ਤੇੜ ਦਾ ਨੰਗ ਢਕਣ ਵਾਸਤੇ ਸਿਕਿਉਰਿਟੀ ਯੂਜ਼ ਕਰਦੇ ਆ। ਜਿਹੜੀ ਆ ਜ਼ਿੰਦਗੀ ਮੌਤ ਹੁੰਦੀ ਹੈ ਪਰਮਾਤਮਾ ਦੇ ਵੱਸ ਹੈ। ਤੇ ਮੈਂ ਤਾਂ ਅਕਾਲ ਪੁਰਖ ਦੀ ਸਿਕਿਉਰਿਟੀ ਨਾਲ ਚੱਲਦਾ। ਤੇ ਹਾਲਾਂਕਿ ਮੇਰੇ ਨਾਲ 20 ਇੰਸੀਡੈਂਟ ਹੋਏ ਵੇ ਆ, ਮੈਂ ਕਦੇ ਬਹੁਤਾ ਉਹਨੂੰ ਡਿਸਕਲੋਜ਼ ਨਹੀਂ ਕਰਦਾ ਹੁੰਦਾ। ਇਹਨਾਂ ਨੇ ਹਰ ਚੀਜ਼ਾਂ ਮੇਰੇ ਤੇ ਵਰਤ ਕੇ ਵੇਖੀਆਂ ਹੋਈਆਂ। ਅੱਜ ਤੱਕ ਪਰਮਾਤਮਾ ਦੀ ਕਿਰਪਾ, ਕੱਲ੍ਹ ਦਾ ਜੋ ਹੋਊਗਾ ਵੇਖੀ ਜਾਊਗੀ। ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੇ, ਉਹਨਾਂ ਦੀ ਐਂਟਰੀ ਹੁੰਦੀ ਹੈ, ਤੇ ਕੁਛ ਸਮਾਂ ਪਹਿਲਾਂ ਤੁਹਾਡੀ ਕੁਛ ਨੌਜਵਾਨਾਂ ਨਾਲ ਤਲਖ ਕਲੀਮੀ ਕਹਿ ਲਈਏ ਜਾਂ ਵਿਚਾਰ ਚਰਚਾ ਹੁੰਦੀ ਹੈ, ਜਿੱਥੇ ਉਹ ਨੌਜਵਾਨ ਖੜੇ ਹੁੰਦੇ ਨੇ, ਤੇ ਤੁਸੀਂ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਬਾਰੇ ਬੋਲਦੇ ਹੋ। ਅੱਜ ਜੇ ਕਿਉਂਕਿ ਕੁਛ ਮਹੀਨੇ ਹੋ ਚੁੱਕੇ ਨੇ ਇਸ ਗੱਲਬਾਤ ਨੂੰ, ਤੁਸੀਂ ਹੁਣ ਕਿਸ ਤਰ੍ਹਾਂ ਵੇਖਦੇ ਹੋ ਉਹਨਾਂ ਦੀ, ਚਾਹੇ ਉਹ ਵਹੀਰ ਦੀ ਗੱਲ ਹੋਵੇ ਜਾਂ ਕਿਸੇ ਵੀ ਜਗ੍ਹਾ 'ਤੇ ਜਾ ਕੇ ਆਪਣਾ ਪ੍ਰਚਾਰ ਕਰਨ ਦੀ ਗੱਲ ਹੋਵੇ? ਜਿਹੜੀ ਤਾਂ ਉਹ ਇਨਸੀਡੈਂਟ ਤੁਸੀਂ ਗੱਲ ਕਰਦੇ ਹੋ, ਉਹ ਇਨਸੀਡੈਂਟ ਹੈ ਹੀ ਨਹੀਂ ਸੀਗਾ, ਠੀਕ ਹੈ। ਉਹ ਐਵੇਂ ਕਿਸੇ ਨੇ ਮਤਲਬ ਮੇਰੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ ਗੱਲ। ਮੈਂ ਇਸ ਵਿਸ਼ੇ 'ਤੇ ਬਿਲਕੁਲ ਗੱਲ ਕਰਕੇ ਰਾਜੀ ਨਹੀਂ ਹੁੰਦਾ, ਕਿਉਂਕਿ ਬਹੁਤ ਲੋਕ ਇਸ ਵਿਸ਼ੇ 'ਤੇ ਗੱਲ ਕਰ ਰਹੇ ਆ। ਆਉਣ ਵਾਲਾ ਸਮਾਂ ਜਿਹੜਾ ਬਹੁਤ ਚੀਜ਼ਾਂ ਦੇ ਜਵਾਬ ਦੇਊਗਾ, ਜਦੋਂ ਉਦੋਂ ਆਪਾਂ ਇਸ ਵਿਸ਼ੇ 'ਤੇ ਗੱਲ ਕਰਾਂਗੇ। ਫਿਲਹਾਲ ਬਹੁਤ ਲੋਕ ਚਰਚਾ ਕਰ ਰਹੇ ਇਹਦੇ 'ਤੇ ਜੀ। ਸੋ ਇਹ ਸਨ ਸਰਦਾਰ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਹੈ। ਕੈਮਰਾਮੈਨ ਸੋਨੂ ਵਿਰਕ ਦੇ ਨਾਲ ਮੈਂ ਸਾਹਿਬ ਸਿੰਘ ਵਿਰਕ, ਨਾਭਾ। ਧੰਨਵਾਦ।